स्वागत प्रोग्राम गल्लां ते गीत। मैं ਹਾਂ ਨਵਜੋਤ ਕੌਰ। ਰਾਤਾਂ ਵਾਲੀਆਂ ਬਾਤਾਂ ਤੋਂ ਲੈ ਕੇ ਸਿਖਰ ਦੁਪਹਿਰ ਦੀਆਂ ਲੂਆਂ ਤਿੱਕਣ ਮੈਂ ਕਿੰਜ ਕਰਾਂ ਸ਼ੁਕਰਾਨਾ ਅੰਮੀ ਅੱਬੂ ਦੀਆਂ ਦੁਆਵਾਂ ਦਾ। ਤੱਤੀ ਵਾਹ ਨਾ ਲੱਗਣ ਦਿੰਦੇ ਮੁਖ ਮੋੜ ਦਿੰਦੇ ਸੀ ਹਵਾਵਾਂ ਦਾ। ਸੋ ਅੱਜ ਦਾ ਦਿਨ ਸੱਚੀ ਮੁੱਚੀ ਉਹਨਾਂ ਦੇ ਨਾਮ ਨੂੰ ਉਹਨਾਂ ਦੇ ਅੱਗੇ ਸਿਜਦਾ ਜਿਨ੍ਹਾਂ ਨੇ ਇੱਕ ਨਵੀਂ ਰੂਹ ਨੂੰ ਇੱਕ ਨਵੇਂ ਜੀ ਨੂੰ ਇਸ ਦੁਨੀਆ ਦੇ ਉੱਤੇ ਲਿਆਂਦਾ। ਮੇਰੀ ਮੁਰਾਦ ਉਹ ਮਾਤਾ ਪਿਤਾ। ਅਤੇ ਅੱਜ ਅਸੀਂ ਗਲੋਬਲ ਡੇ ਆਫ ਪੈਰੈਂਟਸ ਮਨਾ ਰਹੇ ਹਾਂ। ਸੋ ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਮਾਪੇ ਜਿਉਂਦੇ ਨੇ ਵੱਸਦੇ ਨੇ, ਸ਼ਾਲਾ ਪਰਮਾਤਮਾ ਉਹਨਾਂ ਨੂੰ ਤੰਦਰੁਸਤੀਆਂ ਬਖਸ਼ੇ, ਸਲਾਮਤ ਰੱਖੇ। ਸੋ ਅੱਜ ਦੇ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਅੱਜ ਦੇ ਇਸ ਦਿਨ ਨੂੰ ਸਮਰਪਿਤ ਗੱਲਾਂ ਹੋਣਗੀਆਂ। ਮਾਹਿਰ ਮਹਿਮਾਨ ਇਸ ਵੇਲੇ ਸਟੂਡੀਓ ਦੇ ਵਿੱਚ ਤਸ਼ਰੀਫ ਫਰਮਾ ਨੇ। ਆਓ ਤੁਹਾਨੂੰ ਮਿਲਾਉਂਦੀ ਹਾਂ ਜੀ ਉਹਨਾਂ ਦੇ ਨਾਲ। ਡਾਕਟਰ ਨੀਰਜਾ ਢੀਂਗਰਾ ਬਤੌਰ ਪ੍ਰਿੰਸੀਪਲ ਨੇ ਜਲੰਧਰ ਦੇ ਹੀ ਬੜੇ ਮਾਣਮੱਤੇ ਕਾਲਜ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ। ਇੱਕ ਲੰਮੇ ਸਮੇਂ ਤੋਂ ਅਧਿਆਪਨ ਦੇ ਇਸ ਖਿੱਤੇ ਦੇ ਨਾਲ ਜੁੜੇ ਹੋਏ ਨੇ, ਇਸ ਕਿੱਤੇ ਦੇ ਨਾਲ ਜੁੜੇ ਹੋਏ ਨੇ ਔਰ ਉਸ ਤੋਂ ਬਾਅਦ ਹੁਣ ਸੰਸਥਾ ਦੇ ਮੁਖੀ। ਮੈਮ ਬਹੁਤ ਬਹੁਤ ਸਵਾਗਤ ਤੁਹਾਡਾ। ਔਰ ਸਭ ਤੋਂ ਪਹਿਲਾਂ ਅੱਜ ਦੇ ਦਿਨ ਦੀਆਂ ਤੁਹਾਨੂੰ ਵੀ ਮੁਬਾਰਕਾਂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਾਤਾ ਪਿਤਾ ਦਾ ਦਿਵਸ, ਅਭਿਵਾਹਕਾਂ ਦਾ ਦਿਵਸ, ਜਿਹਨੂੰ ਅਸੀਂ ਕਹੀਏ ਕਿ ਵਿਸ਼ਵ ਪੱਧਰ ਦੇ ਉੱਤੇ ਜੇ ਅਸੀਂ ਮਾਤਾ ਪਿਤਾ ਦਾ ਜੇ ਅੱਜ ਦਿਨ ਮਨਾ ਰਹੇ ਹਾਂ, ਕਿਉਂ ਜ਼ਰੂਰਤ ਪੈਂਦੀ ਹੈ ਤੇ ਕਿਉਂ ਮਨਾਉਂਦੇ ਹਾਂ ਅਸੀਂ? ਦੇਖੋ ਨਵਜੋਤ, ਕਈ ਐਸੇ ਵਿਸ਼ੇ, ਕਈ ਐਸੇ ਮੁੱਦੇ ਹੁੰਦੇ ਆ ਜੀ ਜਿਹੜੇ ਕਿ ਬਹੁਤ ਹੀ ਓਰੀਜਨਲ, ਬਹੁਤ ਹੀ ਨੈਚੁਰਲ ਹੁੰਦੇ ਆ ਜੀ, ਪਰ ਉਹ ਕਈ ਵਾਰੀ ਅਸੀਂ ਉਹਨੂੰ ਨਜ਼ਰਅੰਦਾਜ਼ ਕਰ ਜਾਂਦੇ ਹਾਂ। ਇਹੀ ਇੱਕ ਵਿਸ਼ਾ ਹੈ ਪੈਰੈਂਟਹੁੱਡ ਜੀ, ਮਾਤਾ ਪਿਤਾ ਹੋਣਾ, ਜਿਹੜਾ ਕਿ ਬਹੁਤ ਹੀ ਕੁਦਰਤੀ, ਬਹੁਤ ਹੀ ਇੱਕ ਬੇਸਿਕ ਇਸ਼ੂ ਹੈ ਜਿਹਦੇ ਵੱਲ ਕਿਸੇ ਦਾ ਬਹੁਤਾ ਧਿਆਨ ਨਹੀਂ ਗਿਆ ਉਹਨੂੰ ਸੈਲੀਬ੍ਰੇਟ ਕਰਨ ਨੂੰ, ਉਹਨੂੰ ਐਪਰੀਸ਼ੀਏਟ ਕਰਨ ਲਈ। ਔਰ ਇਹੀ ਵਜ੍ਹਾ ਹੈ ਕਿ ਸਾਡੀ ਯੂਨਾਈਟਿਡ ਨੇਸ਼ਨਸ ਜਿਹੜੀ ਹੈ, ਕਈ ਵਾਰੀ ਇੱਦਾਂ ਦੇ ਜਿਹੜੇ ਸੈਂਸਿਟਿਵ ਬੜੇ ਇਮੋਸ਼ਨਲ ਜੇ ਮੁੱਦੇ ਹੁੰਦੇ ਆ, ਉਹਨਾਂ ਨੂੰ ਲੋਕਾਂ ਨੂੰ ਉਹਦੇ ਪ੍ਰਤੀ ਜਾਗਰੂਕ ਕਰਨ ਵਾਸਤੇ ਕਿ ਹਾਂ ਇਹ ਫੀਲਿੰਗ ਵੀ ਬਹੁਤ ਇੰਪੋਰਟੈਂਟ ਹੈ, ਉਹਦੇ ਵਾਸਤੇ ਇੱਦਾਂ ਦਾ ਦਿਨ ਜਿਹੜਾ ਹੈ ਮਨਾਇਆ ਜਾਂਦਾ ਹੈ। ਤੇ ਗਲੋਬਲ ਡੇ ਆਫ ਪੈਰੈਂਟਸ ਜਿਹੜਾ ਹੈ ਇਸੇ ਚੀਜ਼ ਨਾਲ ਹੈ ਕਿ ਇਹ ਇੱਕ ਹਿਊਮੈਨਿਟੀ ਨਾਲ ਜੁੜਿਆ ਹੋਇਆ ਇਸ਼ੂ ਹੈ। ਨਾ ਇਹ ਸੋਸ਼ਲ ਹੈ, ਨਾ ਇਹ ਪੋਲੀਟੀਕਲ ਹੈ, ਨਾ ਇਕਨੋਮਿਕ ਹੈ, ਬਟ ਇਹ ਜੁੜਿਆ ਕਿਹਦੇ ਨਾਲ ਹੈ? ਭਾਵਨਾਵਾਂ ਨਾਲ। ਔਰ ਇਹ ਜੁੜਿਆ ਹੈ ਹਿਊਮੈਨਿਟੀ ਨਾਲ। ਤੇ ਇਹਨੂੰ ਜੇ ਅਸੀਂ ਮਨਾਵਾਂਗੇ ਤੇ ਇੱਕ ਅੱਛਾ ਇਨਸਾਨ ਜਿਹੜਾ ਹੈ ਉਹ ਬਣ ਸਕਦਾ ਹੈ। ਇਸੇ ਕਰਕੇ ਐਸੇ ਦਿਨ ਦੀ ਜਿਹੜੀ ਹੈ ਇੰਪੋਰਟੈਂਸ ਮੈਂ ਸਮਝਦੀ ਹਾਂ। ਜੀ, ਕੋਈ ਵੀ ਕਹਿ ਲਓ ਦੁਨੀਆ ਦੇ ਉੱਤੇ ਕੋਈ ਜੀ ਐਸਾ ਨਹੀਂ, ਕੋਈ ਇਨਸਾਨ ਐਸਾ ਨਹੀਂ ਜਿਹੜਾ ਆਪਣੇ ਮਾਤਾ ਅਤੇ ਪਿਤਾ, ਇਹ ਦੋ ਇਹੋ ਜਿਹੀਆਂ ਵਡਮੁੱਲੀਆਂ ਦਾਤਾਂ ਨੇ ਜਿਨ੍ਹਾਂ ਦੇ ਅੱਗੇ ਸਜਦਾ ਨਹੀਂ ਕਰਦਾ, ਜਿਹਨੂੰ ਸੀਸ ਨਹੀਂ ਝੁਕਾਉਂਦਾ, ਕਿਉਂਕਿ ਉਹਨਾਂ ਦੇ ਕਰਕੇ ਉਹ ਦੁਨੀਆ 'ਚ ਆਇਆ। ਅਤੇ ਮਾਤਾ ਪਿਤਾ ਦਾ ਇੱਕ ਬੜੀ ਅਹਿਮ ਭੂਮਿਕਾ ਵੀ ਹੈ। ਅੱਜ ਦੇ ਇਸ ਦਿਨ ਨੂੰ ਦੇਖਦੇ ਹਾਂ ਅਤੇ ਹਰ ਦਿਨ ਦੇ ਪਿੱਛੇ ਕਿਸੇ ਵਿਸ਼ਵ ਪੱਧਰ ਦੇ ਉੱਤੇ ਜਦੋਂ ਅਸੀਂ ਦਿਨ ਨੂੰ ਮਨਾਉਂਦੇ ਹਾਂ, ਉਹਦਾ ਪਿੱਛੇ ਇੱਕ ਥੀਮ ਜ਼ਰੂਰ ਹੁੰਦਾ, ਉਹਦਾ ਇੱਕ ਮੰਤਵ ਜ਼ਰੂਰ ਹੁੰਦਾ, ਖਾਸ ਤੌਰ ਦੇ ਉੱਤੇ ਉਸ ਪੂਰੇ ਸਾਲ ਦੇ ਵਾਸਤੇ, ਪੂਰੇ ਵਰ੍ਹੇ ਵਾਸਤੇ। ਸੋ ਅੱਜ ਜ਼ਰੂਰ ਝਾਤ ਪਾਵਾਂਗੇ ਕਿ ਇਸ ਵਰ੍ਹੇ ਦਾ ਜਿਹੜਾ ਗਲੋਬਲ ਡੇ ਆਫ ਪੈਰੈਂਟਸ ਹੈ ਉਹਦਾ ਥੀਮ ਕੀ ਹੈ। ਜਿਹੜਾ ਇਸ ਸਾਲ ਦਾ ਗਲੋਬਲ ਡੇ ਆਫ ਪੈਰੈਂਟਸ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ 2021 ਦਾ, ਇਹਦਾ ਜਿਹੜਾ ਸਾਡਾ ਮੇਨ ਹੈਗਾ ਚੀਜ਼ ਕਿ ਇਹਨੂੰ ਐਪਰੀਸ਼ੀਏਟ ਕੀਤਾ ਜਾਵੇ ਕਿ ਪੈਰੈਂਟਹੁੱਡ ਜਿਹੜੀ ਹੈ ਇੱਕ ਬਹੁਤ ਹੀ ਵਡਮੁੱਲੀ, ਬਹੁਤ ਹੀ ਇੱਕ ਪਰਮਾਤਮਾ ਵੱਲੋਂ ਦਿੱਤੀ ਗਈ ਬੜੀ ਇੱਕ ਅੱਛੀ ਦੇਣ ਹੈ। ਉਹਨੂੰ ਆਪਾਂ ਐਪਰੀਸ਼ੀਏਟ ਕਰੀਏ, ਉਹਦੀ ਪ੍ਰਸ਼ੰਸਾ ਕਰੀਏ ਤੇ ਆਪਣੇ ਮਾਂ-ਬਾਪ ਜਿਨ੍ਹਾਂ ਨੇ ਸਾਨੂੰ ਇਸ ਦੁਨੀਆ ਦਾ ਵਿੱਚ ਆਉਣ ਦਾ ਮੌਕਾ ਦਿੱਤਾ ਹੈ, ਅਸੀਂ ਉਹਨਾਂ ਦੀ ਇਸ ਚੀਜ਼ ਨੂੰ ਸਮਝੀਏ ਔਰ ਉਹਨਾਂ ਨੂੰ ਅਸੀਂ ਐਪਰੀਸ਼ੀਏਟ ਕਰੀਏ, ਉਹਨਾਂ ਨੂੰ ਰਿਗਾਰਡ ਦਈਏ, ਉਹਨਾਂ ਨੂੰ ਰਿਸਪੈਕਟ, ਔਰ ਜਿਹੜੀਆਂ ਉਹਦੇ ਉਹ ਮਤਲਬ ਪਾਤਰ ਨੇ ਇਸ ਚੀਜ਼ ਦੇ, ਅਸੀਂ ਉਸ ਚੀਜ਼ ਨੂੰ ਜਾਣੀਏ, ਮਨ ਤੋਂ ਪਹਿਚਾਨੀਏ ਔਰ ਨਾਲ ਉਹ ਅਸੀਂ ਸ਼ੋਅ ਕਰੀਏ ਆਪਣੇ ਪੈਰੈਂਟਸ ਨੂੰ। ਜੀ, ਨਿੱਕੇ ਹੁੰਦਿਆਂ ਅਸੀਂ ਖੌਰੇ ਪਤਾ ਨਹੀਂ ਕਿੰਨੀ ਵਾਰੀ ਡਿੱਗੇ ਤੇ ਸਾਨੂੰ ਹਰ ਵਾਰੀ ਸ਼ਾਬਾਸ਼ੀ ਦੇ ਕੇ ਉਠਾਇਆ। ਅਸੀਂ ਰੋਟੀ ਨਹੀਂ ਖਾਧੀ, ਫਿਰ ਉਸ ਤੋਂ ਬਾਅਦ ਜਦੋਂ ਕੋਲ ਬਹਿ ਕੇ ਖਵਾਈ, ਫਿਰ ਸ਼ਾਬਾਸ਼ੀ ਦਿੱਤੀ। ਸੋ ਮਾਤਾ ਪਿਤਾ ਤਾਂ ਪਤਾ ਨਹੀਂ ਪੈਰ ਪੈਰ ਤੇ ਸ਼ਾਬਾਸ਼ੀ ਦਿੰਦੇ ਨੇ। ਦੇਖੋ ਨਵਜੋਤ ਜੀ, ਜਿਹੜਾ ਪੈਰੈਂਟਹੁੱਡ ਹੈ ਇਹ ਇੱਕ ਬਹੁਤ ਹੀ ਚੈਲੰਜਿੰਗ ਜੀ ਚੀਜ਼ ਹੈ। ਜੀ, ਰਾਈਟ ਫਰੋਮ ਦਾ ਬਿਗਨਿੰਗ, ਜਦੋਂ ਮਤਲਬ ਬੱਚਾ ਜਿਹੜਾ ਹੈ ਮਾਂ ਦੇ ਪੇਟ ਦੇ ਵਿੱਚ ਆਉਂਦਾ ਹੈ, ਉਹਦੇ ਲਈ ਇੱਕ ਬੜਾ ਵੱਡਾ ਚੈਲੰਜ ਹੁੰਦਾ ਹੈ, ਨਾਟ ਓਨਲੀ ਫਿਜ਼ੀਕਲੀ ਜਾਂ ਨਾਟ ਓਨਲੀ ਮੈਡੀਕਲੀ, ਉਹਦੇ ਵਾਸਤੇ ਤਾਂ ਚੈਲੰਜ ਹੈ, ਉਹਦੇ 'ਚ ਬੋਡੀ 'ਚ ਇੰਨੇ ਚੇਂਜਿਸ ਆਉਂਦੇ ਆ। ਤੇ ਨਾਲ ਦੇ ਨਾਲ ਅਸੀਂ ਇਹ ਨਹੀਂ ਕਹਿ ਸਕਦੇ ਕਿ ਫਾਦਰ ਦੇ ਜਿਹੜੀ ਹੈ ਚੈਲੰਜਿੰਗ ਨਹੀਂ ਹੁੰਦਾ, ਉਹਨੂੰ ਵੀ ਆਪਣੇ ਮਨ ਨੂੰ ਬੜਾ ਪ੍ਰਿਪੇਅਰ ਕਰਨਾ ਪੈਂਦਾ, ਕਿਉਂਕਿ ਇੱਕ ਤਾਂ ਪਾਸੇ ਉਹਨੇ ਆਪਣੀ ਵਾਈਫ ਦੀ ਵੀ ਕੇਅਰ ਕਰਨੀ ਹੈ, ਨਾਲ ਆਉਣ ਵਾਲੇ ਜਿਹੜਾ ਬੱਚਾ ਹੈ ਉਹਦੇ ਬਾਰੇ ਸੋਚਣਾ ਹੈ ਕਿ ਉਹਨੂੰ ਕਿਸ ਤਰ੍ਹਾਂ ਉਹਦੀ ਪਾਲਣਾ ਕਰਨੀ ਹੈ ਔਰ ਕਿਸ ਤਰ੍ਹਾਂ ਉਹਨੂੰ ਵੱਡਾ ਕਰਨਾ ਹੈ। ਤਾਂ ਇਹ ਇੱਕ
ਬੜੀ ਹੀ ਵੱਡੀ ਜਿਹੜੀ ਹੈ ਚੈਲੰਜ ਹੁੰਦਾ ਹੈ। ਮਤਲਬ ਕਹਿੰਦੇ ਆ ਵੀ ਪੈਰੈਂਟਸ ਬਣਨਾ ਜਿਹੜਾ ਇਟ ਇਜ਼ ਨਾਟ ਵਾਕ ਇਨ ਦਾ ਪਾਰਕ ਜੀ, ਕੋਈ ਸੁਖਾਲਾ ਕੰਮ ਨਹੀਂ ਹੈ, ਸੁਖਾਲਾ ਕੰਮ ਨਹੀਂ ਹੈ। ਇਹ ਇੱਕ ਬਹੁਤ ਹੀ ਵੱਡੀ, ਇਹ ਪੁਰਾਣੇ ਟਾਈਮ ਨਾਲ ਜੇ ਆਪਾਂ ਕੰਪੇਅਰ ਕਰੀਏ ਨਾ, ਤੇ ਪੁਰਾਣੇ ਟਾਈਮ 'ਚ ਪੈਰੈਂਟਹੁੱਡ ਬੜਾ ਹੀ ਨੈਚੁਰਲੀ ਆ ਜਾਂਦਾ ਸੀਗਾ, ਜਦ ਤੱਕ ਬੱਚਿਆਂ ਨੂੰ ਆਪ ਨਹੀਂ ਸੀ ਪਤਾ ਹੁੰਦਾ ਕਿ ਅਸੀਂ ਪੈਰੈਂਟ ਬਣ ਰਹੇ ਹਾਂ। ਪਰ ਹੁਣ ਅੱਜ ਕੱਲ੍ਹ ਦੇ ਜੇ ਸਿਨੈਰੀਓ 'ਚ ਦੇਖੀਏ ਤੇ ਪੈਰੈਂਟਹੁੱਡ ਜਿਹੜਾ ਹੈ ਇਹਦੇ ਬੜੇ ਵੱਡੇ ਵੱਡੇ ਚੈਲੰਜਿਸ ਹੈ ਜੀ, ਠੀਕ ਹੈ। ਤੇ ਉਹਦੇ ਲਈ ਬਹੁਤ ਹੀ ਮਨ ਨੂੰ ਪ੍ਰਪੇਅਰ ਕਰਕੇ ਜਦੋਂ ਇੱਕ ਕਪਲ ਜਿਹੜਾ ਹੈ ਉਹ ਪੈਰੈਂਟ ਬਣਨ ਦਾ ਸੋਚਦੇ ਆ, ਤੇ ਮੇਰਾ ਖਿਆਲ ਹੈ ਕਿ ਉਹ ਇੱਕ ਬੜੀ ਵੱਡੀ ਧਾਰਨਾ ਹੈ, ਬੜੀ ਵੱਡੀ ਮਾਨਨਾ ਹੈ ਜਿਹੜੀ ਕਿ ਬੱਚਿਆਂ ਨੂੰ ਇਸ ਚੀਜ਼ ਦੀ ਕਦਰ ਕਰਨੀ ਚਾਹੀਦੀ ਹੈ ਕਿ ਸਾਨੂੰ ਇਸ ਚੀਜ਼ ਦਾ ਮੌਕਾ ਮਿਲਿਆ ਦੁਨੀਆ ਵਿੱਚ ਆਉਣ ਦਾ। ਜੀ ਜੀ ਡਾਕਟਰ ਸਾਹਿਬ, ਤੁਹਾਡੀ ਉਸੇ ਗੱਲ ਤੋਂ ਨਾ ਮੈਂ ਅਗਲੇ ਸਵਾਲ ਵੱਲ ਜਾਂਦੀ ਹਾਂ। ਤੁਸੀਂ ਕਿਹਾ ਕਿ ਪੁਰਾਣੇ ਸਮੇਂ ਦੇ ਵਿੱਚ ਨਾ ਪਤਾ ਨਹੀਂ ਸੀ ਲੱਗਦਾ, ਪ੍ਰਪੇਅਰ ਵੀ ਨਹੀਂ ਸੀ ਹੁੰਦੇ, ਪਰ ਉਹ ਸਮੇਂ ਬੜੇ ਵਧੀਆ ਹੁੰਦੇ ਸੀ। ਬਿਲਕੁਲ, ਵੱਡਾ ਸਾਰਾ ਵਿਹੜਾ, ਜੁਆਇੰਟ ਫੈਮਿਲੀ, ਖੁੱਲਾ ਡੁੱਲਾ ਪਰਿਵਾਰ, ਪਤਾ ਹੀ ਨਹੀਂ ਸੀ ਲੱਗਦਾ ਬੱਚਾ ਵੱਡਾ ਕਦੋਂ ਹੋ ਗਿਆ, ਪਲ ਕਦੋਂ ਗਿਆ। ਮਾਂ ਨੂੰ ਇੰਨਾ ਵੀ ਨਹੀਂ ਸੀ ਪਤਾ ਲੱਗਦਾ ਵੀ ਇਹਨੇ ਅੱਜ ਸਾਰਾ ਦਿਨ ਰੋਟੀ ਖਾਧੀ ਵੀ ਹੈ ਕਿ ਨਹੀਂ। ਜੇ ਆਵਾਜ਼ ਮਾਰ ਕੇ ਪੁੱਛਣਾ ਤੇ ਪਰਲੇ ਪਾਸੇ ਆਵਾਜ਼ ਆ ਜਾਣੀ, ਹਾਂ ਮੇਰੇ ਲਾਗੇ ਬੈਠਾ ਸੀ, ਖਾ ਗਿਆ ਰੋਟੀ ਸ਼ੱਕਰ ਨਾਲ। ਉਸ ਟਾਈਮ ਦੇ ਵਿੱਚ ਕਿ ਜਿਹੜੇ ਚਾਚਾ ਚਾਚੀ, ਤਾਇਆ ਤਾਈ, ਇਵਨ ਦਾਦਾ ਦਾਦੀ, ਸਾਰੇ ਹੀ ਪੈਰੈਂਟ ਸੀਗੇ ਜੀ। ਹੁਣ ਦੇ ਟਾਈਮ ਦੇ ਵਿੱਚ ਨਿਊਕਲੀਅਰ ਫੈਮਿਲੀ ਦੇ ਵਿੱਚ ਸਿਰਫ ਤੁਹਾਨੂੰ 2 ਪੈਰੈਂਟ ਮਾਂ ਪਿਓ ਮਿਲਦੇ ਆ ਜਾਂ ਬੜੀ ਹੱਦ ਦਾਦਾ ਦਾਦੀ ਮਿਲ ਗਏ ਜੀ। ਪੁਰਾਣੇ ਟਾਈਮ ਦੇ ਵਿੱਚ ਵੱਡੀਆਂ ਫੈਮਿਲੀਜ਼ ਦੇ ਵਿੱਚ ਕਿੰਨੇ ਹੀ ਪੈਰੈਂਟ ਹੁੰਦੇ ਸੀਗੇ ਜੀ, ਤੇ ਉਹ ਸਾਰਾ ਹੀ ਪੈਰੈਂਟਹੁੱਡ ਜਿਹੜਾ ਹੈਗਾ ਉਹ ਕੇਅਰਿੰਗ ਔਰ ਮਤਲਬ ਬੱਚੇ ਨੂੰ ਦੀ ਪਰਵਰਿਸ਼ ਦੇ ਵਿੱਚ ਪਾਰਟਿਕੂਲਰ ਰੋਲ ਅਦਾ ਕਰਦਾ ਸੀ ਉਹਦੇ ਵੱਡੇ ਹੋਣ ਤੱਕ ਜੀ। ਇਹ ਪਰਿਵਾਰਾਂ ਦੇ ਵਿੱਚ, ਖੁੱਲੇ ਪਰਿਵਾਰਾਂ ਦੇ ਵਿੱਚ ਨਾ ਬਾਈ ਚਾਂਸ ਇਦਾਂ ਦਾ ਮਾਹੌਲ ਹੈ, ਕੋਈ ਇੱਕ ਛੋਟੀ ਜਿਹੀ ਉਦਾਹਰਨ ਦੇ ਤੌਰ ਤੇ ਕਿ 2 ਬੱਚੇ ਲੜ ਪਏ ਆ, ਇੱਕ ਚਲਾ ਗਿਆ ਆਪਣੀ ਬੇਬੇ ਦੇ ਕੋਲ ਸ਼ਿਕਾਇਤ ਲਾਉਣ ਵਾਸਤੇ, ਮੈਨੂੰ ਇਹਨੇ ਕੁੱਟਿਆ, ਤੇ 2 ਨਜ਼ਰੀਏ ਦੇ ਨਾਲ ਅਸੀਂ ਇਹਨੂੰ ਦੇਖਦੇ ਹਾਂ ਵੀ ਜਾਂ ਤਾਂ ਉਹ ਕਹਿ ਦੂਗੀ ਵੀ ਫਿਰ ਕੀ ਹੋ ਗਿਆ, ਤਾਂ ਕੀ ਹੋਇਆ, ਉਹਦੇ ਦਿਲ ਨੂੰ ਇੱਕ ਤਸੱਲੀ ਵੀ ਅੱਛਾ ਵੀ ਬਹੁਤੀ ਵੱਡੀ ਗੱਲ ਨਹੀਂ ਸੀ ਇਹ, ਉਹਨੇ ਫਿਰ ਖੇਡਣ ਲੱਗ ਜਾਣਾ। ਦੂਜਾ ਨਜ਼ਰੀਆ ਇਹ, ਅੱਛਾ ਕਿਵੇਂ ਕੁੱਟਿਆ, ਲੈ ਮੈਂ ਦੱਸਦੀ ਹਾਂ। 2 ਮਾਵਾਂ ਆਪਸ 'ਚ ਲੜ ਪਈਆਂ, ਬੱਚੇ ਉਸੇ ਵੇਲੇ ਖੇਡਣ ਲੱਗ ਪਏ। ਬੱਚੇ ਖੇਡਦੇ ਹੁੰਦੇ ਆ ਤੇ ਮਾਵਾਂ ਲੜਦੀਆਂ ਹੁੰਦੀਆਂ। ਇਹ ਵਾਲਾ ਜੋਕ ਬੜਾ ਪੁਰਾਣਾ ਚੱਲਿਆ ਆ ਰਿਹਾ ਜੀ। ਡਾਕਟਰ ਸਾਹਿਬ, ਇਹ ਭਾਵੇਂ ਇਹਨੂੰ ਅਸੀਂ ਮਜ਼ਾਹੀਏ ਦੇ ਤੌਰ ਤੇ ਲਿਆ, ਭਾਵੇਂ ਅਸੀਂ ਇਹਨੂੰ ਇੱਕ ਜੋਕ ਦੇ ਤੌਰ ਤੇ ਲਿਆ, ਪਰ ਨਾ ਵੱਡੇ ਪਰਿਵਾਰ ਸੰਸਕਾਰ ਬਹੁਤ ਵਧੀਆ ਤਰੀਕੇ ਦੇ ਨਾਲ, ਇਨਡਾਇਰੈਕਟ ਵੇ ਦੇ ਨਾਲ, ਅਸਿੱਧੇ ਰੂਪ 'ਚ ਸਿਖਾ ਦਿੰਦੇ ਸੀਗੇ। ਕੀ ਕਹੋਗੇ? ਦੇਖੋ, ਪੋਜੈਸਿਵ ਪੈਰੈਂਟਸ ਹਰ ਆਪਣਾ ਜਿਹੜਾ ਨਾ ਬੱਚੇ ਵਾਸਤੇ ਪੋਜੈਸਿਵ ਹੁੰਦੇ ਆ ਕਿ ਉਹਨਾਂ ਨੂੰ ਲੱਗਦਾ ਵੀ ਆਪਣਾਪਨ ਹੈਗਾ। ਪਰ ਜਦੋਂ ਜੁਆਇੰਟ ਫੈਮਿਲੀਜ਼ ਹੁੰਦੀਆਂ ਸੀਗੀਆਂ ਤੇ ਉਦੋਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਾਂਝੀਆਂ ਹੋ ਜਾਂਦੀਆਂ ਸੀਗੀਆਂ, ਤੇ ਮੈਂ ਦੱਸਿਆ ਨਾ ਜਿਸ ਤਰ੍ਹਾਂ ਵੀ ਪੈਰੈਂਟਸ ਵੀ ਸਾਂਝੇ ਹੋ ਜਾਂਦੇ ਸੀਗੇ। ਇਹ ਜਿਹੜੀ ਪ੍ਰੋਬਲਮ ਹੈਗੀ ਹੈ ਇਹ ਉਦੋਂ ਆਈ ਜਦੋਂ ਸੈਲਫਿਸ਼ ਜਿਹੜੀ ਹੋਣਾ ਜਾਂ ਮਤਲਬ ਸੈਲਫ ਇੰਟਰਸਟ ਵਿੱਚ ਆ ਜਾਂਦਾ ਹੈ ਵੀ ਹਾਊ ਡੇਅਰ ਯੂ, ਕਿੱਦਾਂ ਤੂੰ ਮੇਰੇ ਬੱਚੇ ਨੂੰ ਹੱਥ ਲਾਇਆ, ਕਿ ਇਹ ਤਾਂ ਮੇਰੀ ਉੱਦਾਂ ਹੈਗੀ। ਇਹ ਉਦੋਂ ਇਹ ਜ਼ਿਆਦਾ ਹੁੰਦਾ। ਅਦਰਵਾਈਜ਼ ਮੇਰਾ ਖਿਆਲ ਹੈ ਕਿ ਜੇ ਨਾਰਮਲ ਬੰਦਾ ਇਹ ਦੇਖੇ ਕਿ ਵੀ ਬੱਚੇ ਸਭ ਦੇ ਸਾਂਝੇ ਹੈ, ਜੇ ਇੱਕ ਨੇ ਝਿੜਕ ਦਿੱਤਾ, ਗਲਤ ਗੱਲ ਕੀਤੀ, ਜਾਂ ਦੂਜੇ ਨੇ ਉਹਨੂੰ ਕੁਝ ਕਹਿ ਦਿੱਤਾ, ਤੇ ਮੇਰਾ ਖਿਆਲ ਇਹਦੇ 'ਚ ਕੋਈ ਵੱਡੀ ਗੱਲ ਨਹੀਂ ਸੀ ਹੁੰਦੀ। ਪੁਰਾਣੇ ਟਾਈਮ 'ਚ ਤਾਂ ਬਿਲਕੁਲ ਨਹੀਂ ਸੀ ਹੁੰਦੀ। ਹੁਣ ਅੱਜ ਕੱਲ੍ਹ ਤੇ ਮੇਰਾ ਖਿਆਲ ਹੈ ਕਿ ਇੱਦਾਂ ਵੀ ਹੈਗੀ ਹੈ ਕਿ ਕੋਈ ਕਿਸੇ ਦੇ ਬੱਚੇ ਨੂੰ ਝਿੜਕਦਾ ਹੀ ਨਹੀਂ ਜੀ, ਕਿਉਂਕਿ ਉਹਨੂੰ ਲੱਗਦਾ ਵੀ ਇਹਦਾ ਬੱਚਾ ਹੈ, ਇਹ ਇਹਦੀ ਜ਼ਿੰਮੇਵਾਰੀ ਹੈ। ਪੁਰਾਣੇ ਟਾਈਮ 'ਚ ਜ਼ਿੰਮੇਵਾਰੀ ਵੀ ਦੂਜਾ ਸਮਝਦਾ ਸੀ ਤੇ ਝਿੜਕਦਾ ਵੀ ਉਹ ਸੀਗਾ, ਤੇ ਹੁਣ ਕੋਈ ਉਹਦੇ ਤੋਂ ਜ਼ਿੰਮੇਵਾਰੀ ਨਹੀਂ ਸਮਝਦਾ। ਤੇ ਇਸ ਕਰ ਇਹ ਫਰਕ ਹੈ। ਬੜਾ ਖੂਬਸੂਰਤ ਜਿਹਾ ਅਹਿਸਾਸ ਹੈ ਮਾਂ ਬਣਨਾ, ਪਿਤਾ ਬਣਨਾ। ਸੋ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਨਾ ਹਰ ਚੀਜ਼ ਨੂੰ ਅਸੀਂ ਇਹ ਕਹਿ ਦਿੰਦੇ ਹਾਂ ਕਿ ਬੜਾ ਸੰਘਰਸ਼ ਹੈ, ਬਹੁਤ ਚੈਲੰਜਿੰਗ ਹੈ। ਇਹ ਜਿਹੜਾ ਚੈਲੰਜ ਵਰਡ ਹੈ ਨਾ, ਇਹ ਸਾਡੀ ਸੋਸਾਇਟੀ 'ਚ ਇਸ ਵੇਲੇ ਸਮਾਜ ਵਿੱਚ ਇੰਨਾ ਹਾਵੀ ਕਿਉਂ ਹੈ? ਦੇਖੋ, ਪੈਰੈਂਟਹੁੱਡ ਦੇ ਵਾਲਾ ਜਿਹੜਾ ਚੈਲੰਜ ਹੈ ਉਹ ਤਾਂ ਮੈਂ ਤੁਹਾਨੂੰ ਦੱਸਿਆ ਕਿ ਹੈ ਹੀ ਹੈ ਜੀ, ਜਿਹੜਾ ਬਰਥ ਦੇ ਟਾਈਮ ਦਾ। ਉਸ ਤੋਂ ਬਾਅਦ ਦੀ ਜਿਹੜੀ ਪਰਵਰਿਸ਼ ਹੈ ਨਾ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਉਹ ਹੋਰ ਵੀ ਮੁਸ਼ਕਲ ਹੋ ਗਈ, ਕਿਉਂਕਿ ਹੁਣ ਭੌਤਿਕਵਾਦ ਦਾ ਯੁੱਗ ਹੋ ਗਿਆ। ਅਸੀਂ ਚਾਹੁੰਦੇ ਹਾਂ ਕਿ ਅਸੀਂ ਬੱਚਿਆਂ ਨੂੰ ਹਰ ਤਰ੍ਹਾਂ ਦੀ ਜਿਹੜੀ ਹੈ ਦੇ ਸਕੀਏ, ਹਰ ਉਹਨਾਂ ਨੂੰ ਅੱਛੀ ਐਜੂਕੇਸ਼ਨ ਦਈਏ, ਅੱਛੀ ਪਰਵਰਿਸ਼ ਦਈਏ, ਰਹਿਣ ਸਹਿਣ ਸਾਰਾ ਉਹਨਾਂ ਦੀਆਂ ਫੈਸਿਲਿਟੀਜ਼ ਉਹਨਾਂ ਨੂੰ ਸਾਰੀਆਂ ਅਸੀਂ ਮਟੀਰੀਅਲਿਸਟਿਕ ਪ੍ਰੋਵਾਈਡ ਕਰ ਸਕੀਏ। ਉਹਦੇ ਨਾਲ ਜਿਹੜਾ ਚੈਲੰਜ ਹੈ ਉਹ ਵੱਧ ਗਿਆ, ਔਰ ਕਿਉਂਕਿ ਸਾਰਾ ਕੁਝ ਜਿਹੜਾ ਉਹਦੇ ਇਰਦ ਗਿਰਦ ਘੁੰਮਦਾ ਜੀ ਕਿ ਕਿਸ ਤਰ੍ਹਾਂ ਅਸੀਂ ਉਹਨਾਂ ਦੀਆਂ ਨੀਡਸ ਪੂਰੀਆਂ ਕਰਨੀਆਂ, ਕਿਸ ਤਰ੍ਹਾਂ ਉਹਨਾਂ ਨੂੰ ਵੱਡਾ ਕਰਨਾ ਹੈ। ਤੁਸੀਂ ਦੇਖੋ ਕਿੰਨਾ ਪ੍ਰੈਸ਼ਰ ਹੁੰਦਾ ਹੈ, ਬੱਚੇ ਜਿਹੜੇ +1 2 ਦੇ ਵਿੱਚ ਹੈਗੇ ਆ, ਪੇਰੈਂਟਸ ਨੂੰ ਲੱਗਦਾ ਵੀ ਪਤਾ ਨਹੀਂ ਇਹੀ 2 ਸਾਲ ਹੈਗੇ ਆ ਕਿ ਬੱਚਿਆਂ ਦਾ ਸਾਰਾ ਫਿਊਚਰ ਹੀ ਇਹਦੇ ਤੇ ਡਿਪੈਂਡ ਕਰਦਾ। ਅੱਜ ਕੱਲ੍ਹ ਨਿਊਜ਼ ਆ ਰਹੀਆਂ ਕਿ +2 ਦੇ ਐਗਜ਼ਾਮਸ ਨਹੀਂ ਹੋ ਰਹੇ। ਜਿੰਨਾ ਬੱਚਿਆਂ ਨੂੰ ਸਟ੍ਰੈਸ ਹੈ, ਮੇਰੇ ਖਿਆਲ ਉਸ ਤੋਂ ਕਿਤੇ ਜ਼ਿਆਦਾ ਜਿਹੜਾ ਸਟ੍ਰੈਸ ਹੈ ਉਹ ਪੇਰੈਂਟਸ ਮਾਂ ਬਾਪ ਨੂੰ ਇਸ ਵੇਲੇ ਜੀ। ਤੇ ਇਹੀ ਪੈਰੈਂਟਹੁੱਡ ਹੈ ਜੀ ਕਿ ਵੀ ਬੱਚਿਆਂ ਨੂੰ, ਅੱਛਾ ਕਈ ਬੱਚੇ ਮਸਤ ਵੀ ਹੈਗੇ ਆ ਜਿਨ੍ਹਾਂ ਨੂੰ ਨਹੀਂ ਪਤਾ ਕਿ ਚਲੋ ਸਾਡੇ ਨਾਲ ਕੀ ਹੋ ਰਿਹਾ, ਪਰ ਪੇਰੈਂਟਸ ਨੂੰ ਬਹੁਤ ਫਿਕਰ ਹੈ ਕਿ ਵੀ ਇਹਨਾਂ ਦਾ ਵੱਡਾ ਹੋ ਕੇ ਕੀ ਕਰੀਅਰ ਬਣੇਗਾ, ਕੀ ਇਹ ਕਰਨਗੇ, ਕਿਸ ਤਰ੍ਹਾਂ ਇਹ ਆਪਣੀ ਜੀਵਿਕਾ ਕਮਾਉਣਗੇ। ਤੇ ਇਸ ਕਰਕੇ ਇਹੀ ਪੈਰੈਂਟਹੁੱਡ ਹੈ ਕਿ ਇਹੀ ਚੈਲੰਜ ਹੈ ਕਿ ਕਿਸ ਤਰ੍ਹਾਂ ਅਸੀਂ ਸ਼ੇਪ ਕਰਨਾ ਬੱਚੇ ਦਾ ਫਿਊਚਰ। ਨਿੱਕੇ ਨਿੱਕੇ ਪਰਿਵਾਰ, ਵੱਡੇ ਪਰਿਵਾਰਾਂ ਤੋਂ ਅਸੀਂ ਆ ਗਏ ਸ਼ਹਿਰਾਂ ਵਾਲੇ ਪਾਸੇ, ਨੌਕਰੀ ਪੇਸ਼ਾ ਹੋ ਗਏ,
ਪਿਤਾ ਵੀ ਨੌਕਰੀ ਵਾਲਾ, ਮਾਤਾ ਵੀ ਨੌਕਰੀ ਵਾਲੀ। ਉਸ ਟਾਈਮ ਦੇ ਉੱਤੇ ਇੱਕ ਇਹ ਸੰਘਰਸ਼, ਇੱਕ ਇਹ ਚੈਲੰਜ, ਇਹਨੂੰ ਬੜੀ ਖੂਬਸੂਰਤੀ ਦੇ ਨਾਲ ਨਿਭਾ ਰਹੇ ਨੇ। ਕਈ ਪਾਸੇ ਬਹੁਤ ਖੂਬਸੂਰਤੀ ਦੇ ਨਾਲ ਨਿਭਾਇਆ ਜਾ ਰਿਹਾ ਇਹਨੂੰ, ਉੱਥੇ ਉਹਨਾਂ ਦੀ ਐਪਰੀਸੀਏਸ਼ਨ ਵਾਸਤੇ, ਉੱਥੇ ਉਹਨਾਂ ਦੀ ਹੌਸਲਾ ਅਫਜ਼ਾਈ ਵਾਸਤੇ ਹੋਰ ਸਾਨੂੰ ਕੀ ਕਰਨਾ ਹੈ। ਨਵਜੋਤ, ਬੜੀ ਅੱਛੀ ਤੁਸੀਂ ਗੱਲ ਕੀਤੀ ਵੀ ਜਿੱਥੇ ਅੱਜ ਕੱਲ੍ਹ ਵਰਕਿੰਗ ਪੇਰੈਂਟਸ ਹੈ, ਕਿਉਂਕਿ ਨਿਊਕਲੀਅਰ ਫੈਮਿਲੀਜ਼ ਦੇ ਵਿੱਚ ਔਰ ਕਾਰਪੋਰੇਟ ਕਲਚਰ ਜਦੋਂ ਦਾ ਆਇਆ ਹੈ ਸਾਡੀ ਸੁਸਾਇਟੀ ਵਿੱਚ, ਨਿਊਕਲੀਅਰ ਫੈਮਿਲੀਜ਼ ਹੀ ਜ਼ਿਆਦਾ ਹੋ ਗਈਆਂ। ਤੇ ਪਰਿਵਾਰਾਂ ਦੇ ਵਿੱਚ ਪਹਿਲੇ ਟਾਈਮ ਦੇ ਵਿੱਚ ਹੁੰਦਾ ਸੀਗਾ ਕਿ ਬੱਚਿਆਂ ਦੇ ਕੋਲ ਦਾਦਾ ਦਾਦੀ ਜਾਂ ਕੋਈ ਹੋਰ ਵੱਡੇ ਪੈਰੈਂਟ, ਨਾਨਾ ਨਾਨੀ ਜਾਂ ਨਾਲ ਰਹਿ ਰਹੇ ਜਾਂ ਕਿਸੇ ਕਹਿ ਕੇ। ਹੁਣ ਬੱਚਿਆਂ ਨੂੰ ਉਹ ਵਾਲੀ ਫੈਸਿਲਿਟੀ ਨਹੀਂ ਹੈ। ਹੁਣ ਪੈਰੈਂਟਸ ਜਿਹੜੇ ਆ ਉਹ ਇੱਕ ਰਾਊਂਡ ਦਾ ਕਲੌਕ ਆਪਣੀ ਡਿਊਟੀ ਸਮਝ ਕੇ, ਤੁਸੀਂ ਦੇਖਿਆ ਹੋਣਾ ਕਿ ਛੋਟੀਆਂ ਜਦੋਂ ਦਾ ਇਹ ਲੋਕਡਾਊਨ ਹੋਇਆ ਤੇ ਵਰਕ ਫਰੋਮ ਹੋਮ ਚੱਲ ਰਿਹਾ, ਉਦੋਂ ਤੋਂ ਹੀ ਇੱਕ ਛੋਟਾ ਜਿਹਾ ਇਹ ਵੀ ਉਹਦੀ ਬੱਚਿਆਂ ਦੀ ਜ਼ਿੰਮੇਵਾਰੀ ਜਿਹੜੀ ਹੈ, ਇੱਕ ਛੋਟੀ ਐਡਸ ਦੇ ਵਿੱਚ ਵੀ ਆਉਂਦਾ ਹੈ ਕਿ ਬੱਚਾ ਕਹਿੰਦਾ 5 ਵੱਜ ਗਿਆ, ਹੁਣ ਆਪਣੇ ਕੰਮ ਖਤਮ ਕਰੋ। ਤੇ ਬੱਚਿਆਂ ਦੀ ਪਰਵਰਿਸ਼ ਵੀ, ਬੱਚਿਆਂ ਦੀ ਟਿਊਨਿੰਗ ਉਸੇ ਹਿਸਾਬ ਦੀ ਹੀ ਹੋ ਰਹੀ ਹੈ ਕਿ ਬੱਚੇ ਵੀ ਪੈਰੈਂਟਸ ਕੋਲੋਂ ਓਨਾ ਹੀ ਐਕਸਪੈਕਟ ਕਰਦੇ। ਉਹਨਾਂ ਨੂੰ ਪਤਾ ਕਿ ਇਹਨਾਂ ਦਾ ਆਪਣਾ ਕੰਮ ਹੈ, ਉਹ ਕੰਮ ਖਤਮ ਹੋਣ ਤੋਂ ਬਾਅਦ ਹੀ ਸਾਡੀ ਵਾਰੀ ਆਣੀ ਹੈ। ਬੱਚੇ ਵੀ ਉਸ ਚੀਜ਼ ਲਈ ਪ੍ਰਿਪੇਅਰਡ ਹੋ ਗਏ ਹੈ, ਕਿਉਂਕਿ ਉਹਨਾਂ ਨੂੰ ਇਹ ਪਤਾ ਕਿ ਵੱਡੇ ਹੋ ਕੇ ਉਹਨਾਂ ਨੇ ਵੀ ਇਸੇ ਚੀਜ਼ ਨੂੰ ਅਡਾਪਟ ਕਰਨਾ ਹੈ। ਤੇ ਇਹ ਸਮਾਜ ਦੇ ਵਿੱਚ ਜਦੋਂ ਕੋਈ ਸੋਸ਼ਲ ਜਾਂ ਡੈਮੋਗ੍ਰਾਫਿਕ ਕਨਸਟੀਟਿਊਸ਼ਨ ਚੇਂਜ ਹੁੰਦੀ ਹੈ ਤੇ ਇਹ ਚੇਂਜਸ ਜਿਹੜੇ ਆ ਉਹ ਆਉਂਦੇ ਹੀ ਹੈ। ਜਦੋਂ ਵੀ ਅਸੀਂ ਮਾਂ-ਬਾਪ ਦੇ ਪਿਆਰ ਦੀ, ਉਹਨਾਂ ਦੀ ਫੀਲਿੰਗ ਦੀ, ਉਹਨਾਂ ਦੇ ਅੰਦਰਲੇ ਜਜ਼ਬਾਤ ਦੀ ਗੱਲ ਕਰਦੇ ਆ ਨਾ, ਉਹਦੇ 'ਚ ਸਾਡੇ ਸਾਹਮਣੇ ਇਹ ਨਹੀਂ ਆਉਂਦਾ ਕਿ ਜਿਹੜਾ ਬਹੁਤ ਵੱਡੇ ਮਹਿਲ 'ਚ ਰਹਿ ਰਿਹਾ ਪਿਤਾ, ਉਹਦੀ ਗੱਲ ਕਰਦੇ ਆ, ਜਾਂ ਕੋਈ ਕੁਰਸੀ ਦੇ ਉੱਤੇ ਬਾਬੂ ਬਣਿਆ, ਦਫ਼ਤਰੀ ਕੰਮਕਾਜ ਕਰ ਰਿਹਾ, ਅਸੀਂ ਉਹਦੀ ਗੱਲ ਕਰ ਰਹੇ ਹਾਂ। ਜਦੋਂ ਗੱਲ ਹੁੰਦੀ ਹੈ ਸਾਰੇ ਵਰਗ ਦੀ ਹੁੰਦੀ ਹੈ, ਜਿਹੜਾ ਭਾਵੇਂ ਉਹ ਇੱਕ ਦਿਹਾੜੀ ਕਰ ਰਿਹਾ ਉਹਦੀ ਵੀ ਗੱਲ ਕਰ ਰਹੇ ਹਾਂ। ਉਹਦੇ ਲਈ ਹੀ ਮੈਂ ਸਮਝਦੀ ਹਾਂ ਕਿ ਜਿਹੜਾ ਗਲੋਬਲ ਡੇ ਆਫ ਪੈਰੈਂਟਸ ਜਿਹੜਾ ਨਾ, ਇਹਦੀ ਅਵੇਅਰਨੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੀ। ਦੇਖੋ, ਜਿਹੜੀ ਪੜ੍ਹੀ ਲਿਖੀ ਕਲਾਸ ਹੈ, ਅਪਰ ਕਲਾਸ ਹੈ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਬੜੀ ਜਲਦੀ ਪਤਾ ਲੱਗ ਜਾਂਦਾ ਹੈ। ਸੰਚਾਰ ਦੇ ਇੰਨੇ ਮਾਧਿਅਮ ਹੈਗੇ ਆ, ਇੰਟਰਨੈਟ ਹੈ, ਟੀਵੀ ਰੇਡੀਓ ਤੇ ਦੇਖਦੇ ਆ। ਮੈਂ ਇੱਥੇ ਇਹੀ ਤੁਹਾਨੂੰ ਗੱਲ ਕਰਨਾ ਚਾਹੁੰਦੀ ਹਾਂ ਕਿ ਜਿਨ੍ਹਾਂ ਲੋਕਾਂ ਤੱਕ ਇਸ ਚੀਜ਼ ਦੀ ਅਵੇਅਰਨੈਸ ਨਹੀਂ ਹੈ, ਪੈਰੈਂਟਹੁੱਡ ਤਾਂ ਉਹਨਾਂ ਦਾ ਵੀ ਓਨਾ ਹੀ ਇੰਪੋਰਟੈਂਟ ਹੈ। ਜਿਹੜਾ ਇੱਕ ਲੇਬਰ ਹੈ, ਜਿਹੜਾ ਦਿਹਾੜੀ ਕਰਕੇ ਆ ਰਿਹਾ, ਉਹਨੇ ਵੀ ਆਪਣੇ ਬੱਚਿਆਂ ਦੀ ਓਨੀ ਹੀ ਕੇਅਰ ਕਰਨੀ ਹੈ। ਮੇਰੇ ਖਿਆਲ ਹੈ ਕੋਈ ਦਿਨ ਤਿਉਹਾਰ ਆਇਆ ਜਾਂ ਕੁਛ ਆਇਆ, ਉਹਦੇ ਲਈ ਵੀ ਉਹ ਵੀ ਕੋਈ ਸਪੈਸ਼ਲ ਐਫਰਟ ਵਿੱਚ ਪੁੱਟ ਇਨ ਕਰਦਾ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਨਵੇਂ ਕੱਪੜੇ ਲੈ ਕੇ ਦੇਣੇ ਆ ਔਰ ਅੱਛੇ ਮੈਂ ਉਹਨਾਂ ਨੂੰ ਮਿਠਾਈ ਲੈ ਕੇ ਦੇਣੀ ਹੈ। ਤੇ ਪੈਰੈਂਟਹੁੱਡ ਜਿਹੜਾ ਹੈ, ਇਹ ਕੋਈ ਕਲਾਸ ਦਾ, ਇਹਦਾ ਕੋਈ ਮਤਲਬ ਉਹਦਾ ਬੰਦਿਆ ਨਹੀਂ ਹੈਗਾ। ਇਟ ਇਜ਼ ਫॉर एवरीवन। ਤਾਂ ਹੀ ਮੈਂ ਕਿਹਾ ਨਾ ਕਿ ਹਿਊਮੈਨਿਟੀ ਨਾਲ ਜੁੜੀ ਹੋਈ ਚੀਜ਼ ਹੈ, ਇਹ ਕਿਸੇ ਸੋਸ਼ਲ ਸਟੈਟਾ ਨਾਲ ਜਾਂ ਕਿਸੇ ਇਕਨੋਮਿਕ ਬੈਕਗ੍ਰਾਉਂਡ ਦੇ ਨਾਲ ਜੁੜੀ ਹੋਈ ਚੀਜ਼ ਨਹੀਂ ਹੈ। ਇਹ ਬੜੀ ਕੁਦਰਤੀ, ਬੜੀ ਹੀ ਓਰੀਜਨਲ ਚੀਜ਼ ਹੈ। ਨਾ ਤੇਰੀ ਕਹਾਣੀ ਹੈ ਨਾ ਮੇਰੀ ਕਹਾਣੀ ਹੈ, ਇਹ ਤੇ ਸਾਰਿਆਂ ਦੀ ਸਾਂਝੀ ਕਹਾਣੀ ਹੈ। ਇਹ ਉਹ ਕਹਾਣੀ ਹੈ ਔਰ ਅਸੀਂ ਇਸ ਖੂਬਸੂਰਤੀ ਨੂੰ ਔਰ ਇਹਦੇ ਅਹਿਸਾਸ ਨੂੰ ਮਾਣ ਰਹੇ ਹਾਂ। ਸਾਡੇ ਸਿਰ ਦੇ ਉੱਤੇ ਸਾਡੇ ਮਾਂ-ਬਾਪ ਦਾ ਹੱਥ ਹੈ, ਇਸੇ ਲਈ ਅਸੀਂ ਦਿਨ ਮਨਾ ਰਹੇ ਹਾਂ ਕਿ ਇਹਨੂੰ ਅਸੀਂ ਮਾਣੀਏ। ਹੈ ਨਾ ਜੀ। ਔਰ ਤੁਸੀਂ ਵੀ ਇਹ ਰੰਗ ਨੂੰ ਬੜੀ ਖੂਬਸੂਰਤੀ ਦੇ ਨਾਲ ਆਪਣੀ ਲਾਈਫ ਦੇ ਵਿੱਚ ਮਾਣਿਆ। ਬਿਲਕੁਲ ਜੀ। ਤੁਹਾਡੀ ਜੇ ਨਿੱਜੀ ਤਜਰਬੇ ਦੀ ਜੇ ਮੈਂ ਗੱਲ ਕਰਾਂ, ਤੁਸੀਂ ਆਪਣੇ ਪੇਕੇ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਵੇਖਿਆ ਔਰ ਹੁਣ ਤੁਸੀਂ ਇੱਕ ਸੰਸਥਾ ਦੇ ਮੁਖੀ ਹੋ। ਹਾਂਜੀ, ਜਿਹੜਾ ਮੁਖੀ ਹੈ ਨਾ, ਉਹ ਵੀ ਇੱਕ ਬਾਪ ਦਾ, ਇੱਕ ਮਾਂ ਦਾ ਰੋਲ ਨਿਭਾਉਂਦਾ ਹੈ। ਦੇਖੋ, ਜਿਹੜੀ ਮੈਂ ਜ਼ਰੂਰ ਜਾਣਨਾ ਚਾਹੂੰਗੀ, ਜਿਹੜੀ ਪ੍ਰੈਜ਼ੈਂਟ ਟਾਈਮ ਦੇ ਜਿਹੜੇ ਮਤਲਬ ਮੈਂ ਕਹਿ ਲਓ ਕਿ ਮੇਰੇ ਕੰਟੈਂਪਰੇਰੀ ਜਿਹੜੇ ਪੇਰੈਂਟਸ ਹੈਗੇ ਆ, ਉਹ ਸਾਰੀ ਉਹੀ ਹੈਗੇ ਮੋਸਟਲੀ ਜਿਹੜੇ 50s ਔਰ 60s ਦੇ ਵਿੱਚ, 1950s ਔਰ 60s 'ਚ ਪੈਦਾ ਹੋਏ ਔਰ ਮੋਸਟਲੀ ਪੜ੍ਹੀ ਲਿਖੀ ਕਲਾਸ ਹੈ। ਕਿਉਂਕਿ ਉਦੋਂ ਤੱਕ ਬੜੇ ਪੇਰੈਂਟਸ ਸਾਡੇ ਵੀ ਅਵੇਅਰ ਸੀਗੇ ਔਰ ਅੱਛੀ ਐਜੂਕੇਸ਼ਨ ਵਗੈਰਾ ਸਾਨੂੰ ਦਿੱਤੀ। ਤੇ ਅਸੀਂ ਜਿਹੜਾ ਸਾਡੀ ਵਾਲੀ ਜਿਹੜੀ ਜਨਰੇਸ਼ਨ ਹੈ, ਅਸੀਂ ਬਹੁਤ ਲੰਬੀ ਜਰਨੀ ਜਿਹੜੀ ਹੈ ਮੈਨੂੰ ਲੱਗਦਾ ਅਸੀਂ ਕੀਤੀ ਹੈ ਐਜ਼ ਚਿਲਡਰਨ ਐਂਡ ਐਜ਼ ਪੇਰੈਂਟਸ। ਕਿਉਂਕਿ ਅਸੀਂ ਜਦੋਂ ਅਸੀਂ ਬੱਚੇ ਸੀਗੇ, ਅਸੀਂ ਵੱਡੇ ਪਰਿਵਾਰਾਂ ਦੇ ਹਿੱਸੇ ਸੀਗੇ, ਤੇ ਜਦੋਂ ਅਸੀਂ ਸਾਡੇ ਅੱਗੇ ਦੇ ਪਰਿਵਾਰ ਬਣੇ, ਸਾਡੇ ਛੋਟੇ ਪਰਿਵਾਰ ਬਣੇ। ਔਰ ਮੇਰੇ ਜੋ ਤੁਸੀਂ ਪਰਸਨਲ ਐਕਸਪੀਰੀਅੰਸ ਪੇਕੇ ਔਰ ਉਹਦੀ ਗੱਲ ਕੀਤੀ, ਤੇ ਮੈਂ ਦੋਨੋਂ ਪਾਸੇ ਦੇ ਐਕਸਪੀਰੀਅੰਸ ਦੇਖੇ। ਮੇਰਾ ਪੇਕੇ ਸਾਈਡ ਅਸੀਂ ਬੜਾ ਵੱਡਾ ਪਰਿਵਾਰ, ਅਸੀਂ 6 ਭੈਣ ਭਰਾ ਅਸੀਂ ਸੀਗੇ। ਤੇ ਅੱਗੇ ਜੇ ਮੈਂ ਇਨ-ਲॉज ਵਾਲੇ ਪਾਸੇ ਗੱਲ ਕਰਾਂ, ਤੇ ਮੈਂ ਵਿਆਹੀ ਗਈ ਇੱਕ ਐਸੀ ਫੈਮਿਲੀ 'ਚ ਜਿੱਥੇ ਮੇਰੇ ਹਸਬੈਂਡ ਓਨਲੀ ਚਾਈਲਡ ਸੀਗੇ, ਇਕਲੌਤੇ। ਸੋ ਮੈਨੂੰ ਦੋਨੋਂ ਪਾਸੇ ਦਾ ਐਕਸਪੀਰੀਅੰਸ ਹੈ। ਪਰ ਪੈਰੈਂਟਹੁੱਡ ਮੈਂ ਤੁਹਾਨੂੰ ਦੱਸਾਂ ਕਿ ਦੋਨੋਂ ਪਾਸੇ ਦਾ ਫੇਰ ਬਰਾਬਰ ਹੈ। ਸਿਰਫ ਇੱਕ ਫੋਕਸ ਜਿਹੜਾ ਹੈ ਨਾ, ਉਹ ਥੋੜਾ ਜਿਹਾ ਹਟਦਾ ਹੈ ਕਿ ਜੇ ਵੱਡਾ ਪਰਿਵਾਰ ਹੈ ਤੇ ਇੱਕ ਬੱਚੇ ਉੱਤੇ ਫੋਕਸ ਨਹੀਂ ਹੈ, ਤੇ ਜੇ ਇੱਕ ਬੱਚੇ ਤੇ ਫੋਕਸ ਨਹੀਂ ਹੈ ਤੇ ਇੱਕ ਬੱਚੇ ਦੇ ਉੱਪਰ ਬਰਡਨ ਵੀ ਨਹੀਂ ਹੈ। ਤੇ ਜਦੋਂ ਛੋਟਾ ਪਰਿਵਾਰ ਹੁੰਦਾ ਹੈ ਤੇ ਫੋਕਸ ਇੱਕ ਬੱਚੇ ਤੇ ਹੈ, ਤੇ ਸਟ੍ਰੈਸ ਔਰ ਜਿਹੜੇ ਸਾਰੀਆਂ ਇਮੋਸ਼ਨਸ ਹੈ ਨਾ, ਉਹ ਵੀ ਸਾਰੇ ਇੱਕੋ ਬੱਚੇ ਤੇ ਹੈ। ਸੋ ਹਰ ਇੱਕ ਦਾ ਇਹ ਪਿਛੋਕੜ ਤੇ ਗੱਲ ਹੈ। ਜਦੋਂ ਪੁਰਾਣੀ ਸਭ ਸੀਗਾ ਤੇ ਉਹ ਸਾਰੇ ਬੱਚੇ ਰਲ ਮਿਲ ਕੇ ਇਕੱਠੇ ਹੀ ਪਲ ਜਾਂਦੇ ਸੀਗੇ, ਪਰ ਪੈਰੈਂਟਸ ਦੀ ਇੰਪੋਰਟੈਂਸ ਉਦੋਂ ਵੀ ਉਨੀ ਸੀਗੀ। ਤੇ ਹੁਣ ਜੇ ਇੱਕ ਬੱਚਾ ਜਾਂ ਦੋ ਬੱਚੇ ਆ ਤਾਂ ਹੁਣ ਪੈਰੈਂਟਸ ਦੀ ਇੰਪੋਰਟੈਂਸ ਵੀ ਹੁਣ ਉਨੀ ਹੈ। ਹੁਣ ਐਜ਼ ਪੈਰੈਂਟ ਮੈਂ ਜੋ ਫੀਲ ਕਰਦੀ ਹਾਂ ਕਿ ਮੇਰੇ ਜਿਹੜੇ ਆਪਣੇ ਬੱਚੇ ਆ, ਉਹਨਾਂ ਦਾ ਮੈਂ ਫੀਲ ਕਰਦੀ ਹਾਂ ਵੀ ਅਸੀਂ ਵੀ ਉਹਨਾਂ ਦੀ ਜ਼ਰੂਰਤਾਂ ਲਈ ਕਿ ਕਿਸ ਤਰ੍ਹਾਂ
ਔਰ ਹੁਣ ਅਸੀਂ ਜ਼ਿਆਦਾ ਰਿਅਲਾਈਜ਼ ਕਰਦੇ ਹਾਂ ਕਿ ਜੇ ਅਸੀਂ ਆਪਣੇ ਬੱਚਿਆਂ ਦੀ ਜ਼ਰੂਰਤ ਵਾਸਤੇ ਇਹ ਸਭ ਕੁਝ ਕਰ ਰਹੇ ਹਾਂ ਤੇ ਸਾਡੇ ਪੈਰੈਂਟਸ ਨੇ ਵੀ ਸਾਡੇ ਲਈ ਬਹੁਤ ਕੁਝ ਕੀਤਾ। ਫਿਰ ਦਿਲ ਕਰਦਾ ਹੈ ਨਾ ਐਪਰੀਸ਼ੀਏਟ ਕਰਨ ਨੂੰ ਕਿ ਅਸੀਂ ਤੇ ਬਹੁਤ, ਕਿਉਂਕਿ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਅਸੀਂ ਤੇ 1 ਜਾਂ 2 ਜਾਂ ਮੈਕਸਿਮਮ 3 ਬੱਚਿਆਂ ਦੇ ਕਰ ਰਹੇ ਹਾਂ, ਉਹਨਾਂ ਨੇ ਤੇ ਇੰਨੇ ਬੱਚਿਆਂ ਦਾ ਕੀਤਾ ਔਰ ਫਿਰ ਉਹਨਾਂ ਨੂੰ ਐਪਰੀਸ਼ੀਏਟ ਕਰਨ ਦਾ ਹੋਰ ਵੀ ਸਾਡਾ ਦਿਲ ਕਰਦਾ ਹੈ ਕਿ ਵੀ ਉਹਨਾਂ ਨੇ ਆਪਣੇ ਟਾਈਮ ਦੇ ਵਿੱਚ ਸਾਡੇ ਲਈ ਕਈ ਸੈਕਰੀਫਾਈਸਸ ਕੀਤੇ ਹੋਣਗੇ ਜਿਹੜੇ ਆਪਾਂ ਇੱਕ ਛੋਟੀ ਜਿਹੀ ਫੈਮਿਲੀ ਦੇ ਵਿੱਚ ਕਰ ਪਾ ਰਹੇ ਹਾਂ ਤੇ ਵੱਡੀ ਫੈਮਿਲੀ 'ਚ ਵੀ। ਔਰ ਫਿਰ ਨਾਲ ਗ੍ਰੈਂਡ ਪੈਰੈਂਟਸ ਵੀ ਹੁੰਦੇ ਸੀ, ਉਹਨਾਂ ਨੂੰ ਵੀ ਕੇਅਰ ਕਰਨਾ। ਠੀਕ ਹੈ, ਤਾਂ ਮੇਰੇ ਮਨ ਦੇ ਵਿੱਚ ਮਤਲਬ ਜਦੋਂ ਮੈਂ ਪਿੱਛੇ ਦੇਖਦੀ ਹਾਂ ਤੇ ਆਪਣੇ ਪੈਰੈਂਟਸ ਲਈ ਔਰ ਆਪਣੇ ਦੋਨੋਂ ਪਾਸੇ ਪੈਰੈਂਟਸ ਔਰ ਪੈਰੈਂਟਸ ਇਨ ਲਾਜ਼ ਦੋਨਾਂ ਲਈ ਜਿਹੜੀ ਮੈਨੂੰ ਲੱਗਦਾ ਕਿ ਫੀਲਿੰਗਸ ਤਾਂ ਦੋਨਾਂ ਦੀਆਂ ਬਰਾਬਰ ਸੀਗੀਆਂ ਔਰ ਦੋਨਾਂ ਲਈ ਇੱਜ਼ਤ ਔਰ ਦੋਨਾਂ ਲਈ ਮਾਣ, ਦੋਨਾਂ ਲਈ ਜਿਹੜੀ ਪ੍ਰਸ਼ੰਸਾ ਮੇਰੇ ਮਨ 'ਚ ਬਹੁਤ ਆਉਂਦੀ ਹੈ ਕਿ ਹਰ ਇੱਕ ਨੇ ਆਪਣੇ ਆਪਣੇ ਉਹਦੇ ਹਿਸਾਬ ਨਾਲ ਜਿਹੜਾ ਬੱਚਿਆਂ ਦੀ ਬਹੁਤ ਅੱਛੀ ਪਰਵਰਿਸ਼ ਕੀਤੀ। ਜੀ, ਪਰਵਰਿਸ਼ ਜਿਹੜੀ ਹੈ ਉਹ ਸੰਸਕਾਰ ਤੋਂ ਉਹਦੀ ਉਪਜ ਹੁੰਦੀ ਹੈ। ਬਿਲਕੁਲ, ਤੁਸੀਂ ਚੰਗੇ ਸੰਸਕਾਰ ਦਿਓਗੇ, ਜਿਹੜੀ ਚੀਜ਼ ਵੰਡੋਗੇ ਘੁੰਮ ਘੁਮਾ ਕੇ ਵਾਪਸ ਆਉਣੀ ਹੈ। ਸੋ ਹੁਣ ਜਿਹੜਾ ਨਜ਼ਰੀਆ ਹੈ ਇਸ ਵੇਲੇ ਸਮਾਜ ਦਾ, ਉਹਦੇ ਵਿੱਚ ਜੇ ਅਸੀਂ ਕਹਿੰਦੇ ਹਾਂ ਕਿ ਅਸੀਂ ਆਪਣੇ ਮਾਤਾ ਪਿਤਾ ਨੂੰ ਵੱਧ ਤੋਂ ਵੱਧ ਸਮਾਂ ਦਈਏ ਆਪਣਾ, ਕਿਉਂਕਿ ਇਹੀ ਚੀਜ਼ ਹੈ ਆਪਣੀ ਜ਼ਿੰਦਗੀ ਦੀ ਜਿਹੜੀ ਅਸੀਂ ਆਪਣੇ ਇੱਕ ਪੋਰਸ਼ਨ ਆਫ ਲਾਈਫ ਦੇ ਦਿੱਤਾ, ਜਿਹੜਾ ਦੁਬਾਰਾ ਅਸੀਂ ਕਦੇ ਵੀ ਮੁੜ ਕੇ ਨਹੀਂ ਲਿਆਉਣਾ। ਉਹਦੇ ਬਾਵਜੂਦ ਜਿਹੜਾ ਅਸੀਂ ਬਿਰਧ ਆਸ਼ਰਮ ਦਾ, ਬਜ਼ੁਰਗ ਆਸ਼ਰਮ ਜਿਹੜੇ ਨੇ, ਇਹਨਾਂ ਦਾ ਜਿਹੜੀ ਇੱਕ ਤਖਤੀ ਵੇਖਦੇ ਹਾਂ ਤੇ ਇਹ ਜਿਹੜੀ ਹੈ ਨਾ ਮਨ ਦੇ ਵਿੱਚ ਕਿੰਨੇ ਸਾਰੇ ਸਵਾਲ ਲੈ ਕੇ ਆਉਂਦੀ ਹੈ। ਨਵਜੋਤ, ਇਹਦੇ ਪਿੱਛੇ ਨਾ ਮੈਂ ਤੁਹਾਨੂੰ ਗੱਲ ਕਰਾਂਗੀ ਕਿ ਬੜੇ ਹੀ ਫੈਕਟਰਸ ਹੈ ਜੀ। ਸਭ ਤੋਂ ਪਹਿਲੇ ਤਾਂ ਇੱਕ ਵੱਡਾ ਫੈਕਟਰ ਹੈ ਸੋਸ਼ਲ ਸਿਕਿਉਰਿਟੀ ਦਾ ਨਾ ਹੋਣਾ। ਸਰਕਾਰ ਵੱਲੋਂ ਸਾਡੀ ਕੰਟਰੀ ਦੇ ਵਿੱਚ ਕੋਈ ਸੋਸ਼ਲ ਸਿਕਿਉਰਿਟੀ ਇਦਾਂ ਦੀ ਹੈ ਨਹੀਂ ਜੀ। ਔਰ ਇੱਥੇ ਜਿਹੜੇ ਮੋਸਟਲੀ ਪੇਰੈਂਟਸ ਹੈ ਉਹ 올ਡ ਏਜ ਦੇ ਵਿੱਚ ਆਪਣੇ ਬੱਚਿਆਂ ਤੇ ਡਿਪੈਂਡੈਂਟ ਹੋ ਜਾਂਦੇ ਆ ਜੀ। ਔਰ ਉਹਦੇ ਨਾਲ ਕੀ ਹੁੰਦਾ ਹੈ ਕਿ ਕਈ ਵਾਰੀ ਤਾਂ ਬੱਚਿਆਂ ਅੱਗੇ ਉਸ ਤੋਂ ਬਾਅਦ ਫੈਮਿਲੀ ਸਟਰਕਚਰ ਤੇ ਡਿਪੈਂਡ ਕਰਦਾ ਹੈ। ਕਈ ਵਾਰੀ ਤੇ ਬੱਚੇ ਜਿਹੜੇ ਹੈਗੇ ਆ ਉਹ ਮਤਲਬ ਮਜਬੂਰ ਹੁੰਦੇ ਆ ਜੀ ਕਿ ਉਹਨਾਂ ਦੀਆਂ ਨੌਕਰੀਆਂ ਇੱਦਾਂ ਦੇ ਸ਼ਹਿਰਾਂ ਦੇ ਵਿੱਚ ਹੈ, ਵੱਡੇ ਸ਼ਹਿਰਾਂ 'ਚ ਹੈ। ਔਰ ਸਭ ਤੋਂ ਵੱਡੀ ਪੰਜਾਬ ਦੀ ਜੇ ਮੈਂ ਗੱਲ ਕਰਾਂ ਤੇ ਮਜਬੂਰੀ ਦਾ ਸਭ ਤੋਂ ਵੱਡਾ ਚੀਜ਼ ਹੈ ਕਿ ਜਿਹੜੇ ਇਹ ਫੋਰਨ ਦੇ ਵਿੱਚ ਜਿਹੜੇ ਮਾਈਗ੍ਰੇਟ ਕਰ ਗਏ ਜੀ, ਤੇ ਜਦੋਂ ਬੱਚੇ ਫੋਰਨ ਦੇ ਵਿੱਚ ਰਹਿੰਦੇ ਆ ਤੇ ਪੇਰੈਂਟਸ ਕਈ ਵਾਰੀ ਇੱਥੋਂ ਜਾ ਨਹੀਂ ਸਕਦੇ ਉਹਨਾਂ ਕੋਲ ਔਰ ਬੱਚੇ ਇੱਥੇ ਆ ਨਹੀਂ ਸਕਦੇ ਜੀ। ਔਰ ਵਿਰਧ ਆਸ਼ਰਮ ਵਾਲੀ ਜਿਹੜੀ ਤੁਸੀਂ ਗੱਲ ਕਹੀ ਪੰਜਾਬ ਦੇ ਵਿੱਚ ਤਾਂ ਮੈਂ ਸਮਝਾਂਗੀ ਕਿ ਉਹ ਇੱਕ ਬਹੁਤ ਵੱਡਾ ਕਾਰਨ ਹੈ ਕਿ ਜਿਨ੍ਹਾਂ ਦੇ ਬੱਚੇ NRIs ਹੈ ਤੇ ਉਹ ਪੇਰੈਂਟਸ ਜਿਹੜੇ ਹੈਗੇ ਆ ਉਹਨਾਂ ਨੂੰ ਕੋਈ ਲੁੱਕ ਆਫਟਰ ਕਰਨ ਵਾਲਾ ਨਹੀਂ ਹੈ, ਉਹ ਇਨਸਿਕਿਉਰਿਟੀ ਤੋਂ ਮਜਬੂਰ ਹੋ ਕੇ ਉਹ ਵਿਰਧ ਆਸ਼ਰਮ 'ਚ ਜਾਂਦੇ ਆ ਜੀ। ਦੂਜੀ ਜਿਹੜੀ ਗੱਲ ਹੈ ਉਹ ਇਦਾਂ ਦੀ ਹੈ ਕਿ ਕਦਰਾਂ ਕੀਮਤਾਂ ਕਿਤੇ ਨਾ ਕਿਤੇ ਕਈ ਵਾਰੀ ਬਦਲ ਜਾਂਦੀਆਂ। ਭੌਤਿਕਵਾਦ ਕਈ ਵਾਰੀ ਇੰਨਾ ਕੁ ਹਾਵੀ ਹੋ ਜਾਂਦਾ ਹੈ ਕਿ ਬੱਚੇ ਜਿਹੜੇ ਆ ਉਹ ਪੇਰੈਂਟਸ ਦੀ ਪਰਵਾਹ ਨਹੀਂ ਕਰਦੇ ਜੀ। ਤੇ ਪੇਰੈਂਟਸ ਜਿਹੜੇ ਹੈਗੇ ਆ ਉਹਨਾਂ ਨੂੰ ਲੱਗਦਾ ਵੀ ਅਸੀਂ ਹੁਣ ਕੀ ਕਰੀਏ ਤੇ ਉਹ ਕਈ ਵਾਰੀ ਬੱਚੇ ਜਿਹੜੇ ਆ ਉਹ ਵੋਲੰਟਰੀਲੀ ਛੱਡ ਕੇ ਆਉਂਦੇ ਵੀ ਤੁਸੀਂ ਉੱਥੇ ਚੱਲ ਜਾਓ ਤੇ ਕਈ ਵਾਰੀ ਪੇਰੈਂਟਸ ਆਪੇ ਹੀ ਕਹਿ ਦਿੰਦੇ ਆ ਕਿ ਵੀ ਸਾਡਾ ਇਸ ਸੈਟਅਪ ਦੇ ਵਿੱਚ ਗੁਜ਼ਾਰਾ ਨਹੀਂ ਹੈ ਤੇ ਅਸੀਂ ਮੂਵ ਕਰ ਜਾਈਏ, ਇਹ ਸਾਡੇ ਲਈ ਬੈਟਰ ਹੈ ਜੀ। ਕਿਉਂਕਿ ਕਈ ਵਾਰੀ ਕਈ ਤਰ੍ਹਾਂ ਦੇ ਕੋਈ ਕਨਫਲਿਕਟਸ ਹੋ ਗਏ ਜਾਂ ਕੋਈ ਮੈਂਟਲ ਥਾਟ ਨਹੀਂ ਮਿਲੇ ਜਾਂ ਕੁਝ ਇਸ ਤਰ੍ਹਾਂ ਦੀ ਗੱਲ ਹੈ ਤੇ ਉਹ ਸਾਰਾ ਇਹਦੇ ਪਿੱਛੇ ਕੋਈ ਇੱਕ ਕਾਰਨ ਨਹੀਂ ਹੈ ਜੀ। ਇਹਦੇ ਪਿੱਛੇ ਸੋਸ਼ਲ, ਮੈਂਟਲ, ਇਮੋਸ਼ਨਲ ਬਹੁਤ ਸਾਰੇ ਫੈਕਟਰਸ ਜਿਹੜੇ ਆ ਜਿਹਦੇ ਕਰਕੇ ਵਿਰਧ ਆਸ਼ਰਮ ਵਗੈਰਾ ਦੀ ਕਨਸੈਪਟ ਬਣੀ ਹੈ। ਔਰ ਮਾੜੀ ਨਹੀਂ ਕਿਹਾ ਜਾ ਸਕਦੀ ਹੈ ਕਿਉਂਕਿ ਫੋਰਨ ਦੇ ਵਿੱਚ ਉਹਨਾਂ ਨੇ ਆਲਰੇਡੀ ਬਣਾਏ ਹੋਏ ਸੀਗੇ, ਕਿਉਂਕਿ ਉੱਥੇ ਕਦਰਾਂ ਕੀਮਤਾਂ ਜਿਹੜੀਆਂ ਸ਼ੁਰੂ ਤੋਂ ਹੀ ਬਹੁਤੀਆਂ ਨਹੀਂ ਸੀ ਹੈਗੀਆਂ ਜੀ। ਇੱਥੇ ਹੈ ਕਿ ਜੋ ਸਾਡਾ ਕਲਚਰ ਕਮਰਸ਼ੀਅਲ ਹੋ ਰਿਹਾ ਹੈ, ਕਾਰਪੋਰੇਟ ਵਰਡ ਆ ਰਿਹਾ ਹੈ ਤੇ ਟਾਈਮ ਹੀ ਨਹੀਂ ਹੈ ਕਿਸੇ ਕੋਲ ਕਿਸੇ ਨੂੰ ਕੇਅਰ ਕਰਨ ਦਾ ਜੀ। ਤੇ ਇਸ ਕਰਕੇ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ। ਬੜੀ ਖੂਬਸੂਰਤੀ ਦਾ ਅਹਿਸਾਸ ਹੈ ਜਦੋਂ ਅਸੀਂ ਨਾਮ ਹੀ ਲੈਂਦੇ ਆ ਨਾ, ਫੈਮਿਲੀ, ਪਰਿਵਾਰ ਦੇ ਵਿੱਚ ਪਰਿਵਾਰ ਦੇ ਮੁਖੀ ਮਾਤਾ ਪਿਤਾ, ਉਸ ਤੋਂ ਬਾਅਦ ਤੁਹਾਡੀ ਹੋਂਦ ਆਈ, ਉਸ ਤੋਂ ਬਾਅਦ ਤੁਸੀਂ ਛੋਟੇ ਛੋਟੇ ਬੱਚੇ ਜਿਹੜੇ ਜੀ ਹੈ ਉਹ ਦੁਨੀਆ 'ਚ ਆਏ। ਫਿਰ ਉਸ ਤੋਂ ਬਾਅਦ ਜਦੋਂ ਦਾਦੀ ਆਪਣੇ ਉਹਨਾਂ ਪੋਤੇ ਪੋਤੀਆਂ ਨੂੰ ਵੇਖਦੀ ਹੈ, ਮੂਲ ਨਾਲੋਂ ਵਿਆਜ ਜ਼ਿਆਦਾ ਪਿਆਰਾ ਹੁੰਦਾ, ਉਹਨਾਂ ਦੇ ਵਿੱਚ ਜਿਹੜੀ ਅਪਣੱਤ ਹੈ ਨਾ, ਕਿਉਂਕਿ ਉਹ ਵੀ ਤਾਂ ਇੱਕ ਜ਼ਮਾਨੇ ਦੇ ਵਿੱਚ ਆਪਣੇ ਉਸ ਪੁੱਤਰ ਦੇ ਮਾਤਾ ਪਿਤਾ ਸੀਗੇ, ਸੋ ਉਹ ਮੋਹ ਡੁੱਲ ਕੇ ਜਿਹੜਾ ਨਾ ਪਰਤ ਕੇ ਵਾਪਸ ਆਉਂਦਾ ਹੈ, ਉਹ ਤੀਜੀ ਪੀੜ੍ਹੀ ਨੂੰ ਤੇ ਜਾ ਪੈਂਦਾ ਨਾ ਜੀ ਜੀ। ਸੋ ਉੱਥੇ ਇੱਦਾਂ ਲੱਗਦਾ ਹੈ ਕਿ ਜੇ ਉਹ ਹੋਣ ਕੋਲ ਤੇ ਬੱਚੇ ਦੇ ਵਿੱਚ ਨਾ ਆਤਮਸਾਤ ਮਤਲਬ ਸੁਤੇ ਸਿੱਧੀ ਸੰਸਕਾਰ ਜਿਹੜੇ ਨਾ ਭਰਪੂਰ ਪਹੁੰਚ ਜਾਂਦੇ ਆ। ਦੇਖੋ ਇਹ ਲਾਈਫ ਸਾਈਕਲ ਹੈ ਔਰ ਮੇਰਾ ਖਿਆਲ ਹੈ ਕਿ ਜੇ ਬੱਚਾ ਜਿਹੜਾ ਹੈ ਨਾ ਉਹ ਸਿੱਖਦਾ ਘਰ ਤੋਂ ਹੀ ਹੈ ਜੀ, ਤੇ ਉਹ ਪੇਰੈਂਟਸ ਦੀਆਂ ਜਿਹੜੀਆਂ ਹੈਗੀਆਂ ਆਪਣੇ ਪੇਰੈਂਟਸ ਔਰ ਅੱਗੇ ਉਹਨਾਂ ਦੇ ਪੇਰੈਂਟਸ ਜੀ, ਬਹੁਤ ਹੀ ਖੂਬਸੂਰਤ ਰਿਸ਼ਤਾ ਹੈ, ਬਹੁਤ ਹੀ ਅੱਛਾ। ਔਰ ਜੋ ਤੁਸੀਂ ਆਪਣੇ ਪੇਰੈਂਟਸ ਨੂੰ ਆਪਣੇ ਪੇਰੈਂਟਸ ਨਾਲ ਕਰਦੇ ਦੇਖਦੇ ਹੋ ਤੁਹਾਡੇ ਲਈ ਉਹ ਰੋਲ ਮਾਡਲ ਹੁੰਦਾ ਹੈ ਕਿ ਤੁਸੀਂ ਵੀ ਉਦਾਂ ਹੀ ਕਰੋਗੇ ਜੋ ਉਹਨਾਂ ਨੇ ਕੀਤਾ। ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਪੀੜ੍ਹੀ ਦਰ ਪੀੜ੍ਹੀ ਜਿਹੜਾ ਚੱਲਦਾ ਆ ਰਿਹਾ ਸਾਡੇ ਸਮਾਜ ਦੇ ਵਿੱਚ, ਤੇ ਜਿੱਦਾਂ ਅਸੀਂ ਗੱਲ ਕੀਤੀ ਕਿ ਪੁਰਾਣੇ ਟਾਈਮ ਤੋਂ ਜੁਆਇੰਟ ਫੈਮਿਲੀਜ਼ ਹੁੰਦੀਆਂ ਸੀਗੀਆਂ ਤੇ ਆਪਾਂ ਜੇ ਹੁਣ ਜੁਆਇੰਟ ਆਪਾਂ ਨਿਊਕਲੀਅਰ ਕਹਿ ਦਿੰਦੇ ਹਾਂ ਵੀ ਸਿਰਫ ਮਦਰ ਫਾਦਰ, ਮੇਰਾ ਖਿਆਲ ਹੈ ਕਿ ਜਿੱਥੇ ਇੱਕ ਨਾਲ ਪੇਰੈਂਟਸ ਵੀ ਨਾਲ ਗ੍ਰੈਂਡ ਪੇਰੈਂਟਸ ਵੀ ਰਹਿ ਰਹੇ ਉਹ ਵੀ ਨਿਊਕਲੀਅਰ ਹੀ ਹੈ ਜੀ।
ਉਹ ਵੀ ਕੋਈ ਜੁਆਇੰਟ ਨਹੀਂ ਹੈ ਜੀ, ਤੇ ਉਹਦੇ ਵਿੱਚ ਬੱਚਾ ਸਭ ਕੁਝ ਜਿਹੜਾ ਹੈ ਉਹ ਆਪਣੇ ਪੇਰੈਂਟਸ ਤੋਂ, ਆਪਣੇ ਗ੍ਰੈਂਡ ਪੇਰੈਂਟਸ ਤੋਂ ਜੋ ਵੀ ਹੈ ਉਹ ਸਿੱਖ ਲੈਂਦਾ ਜੀ। ਔਰ ਬਹੁਤ ਹੀ ਖੂਬਸੂਰਤੀ ਨਾਲ ਸਿੱਖਦਾ ਕਿਉਂਕਿ ਕੁਝ ਦੇਖੋ ਕੰਪਲੀਮੈਂਟ ਕਰ ਦਿੰਦੇ ਇੱਕ ਦੂਜੇ ਨੂੰ। ਜਿਹੜੀ ਚੀਜ਼ ਉਹਨਾਂ ਨੂੰ ਪੇਰੈਂਟਸ ਕੋਲੋਂ ਨਹੀਂ ਮਿਲਦੀ ਉਹ ਗ੍ਰੈਂਡ ਪੇਰੈਂਟਸ ਕੋਲ ਮਿਲ ਜਾਂਦੀ ਹੈ, ਔਰ ਜਿਹੜੀ ਗ੍ਰੈਂਡ ਪੇਰੈਂਟਸ ਕੋਲੋਂ ਨਹੀਂ ਮਿਲ ਸਕਦੀ ਉਹ ਉਹਨਾਂ ਨੂੰ ਆਪਣੇ ਪੇਰੈਂਟਸ ਤੋਂ ਮਿਲਦੀ ਹੈ, ਆਪਣੇ ਮਾਤਾ ਪਿਤਾ ਤੋਂ। ਮੇਰਾ ਖਿਆਲ ਹੈ ਕਿ ਦੋਨੋਂ ਬੱਚਿਆਂ ਲਈ ਤੇ ਜਦੋਂ ਬਹੁਤ ਲੱਕੀ ਨੇ ਜਿਹਨਾਂ ਨੂੰ ਇਹ ਸਾਰਾ ਸੈਟਅਪ ਮਿਲੇ ਫੈਮਿਲੀ ਦੇ ਵਿੱਚ। ਜੀ, ਅਸੀਂ ਗੱਲ ਕੀਤੀ ਸੀ ਥੀਮ ਦੀ ਕਿ ਇਸ ਵਾਰੀ ਦਾ ਜਿਹੜਾ ਥੀਮ ਹੈ ਉਹ ਐਪਰੀਸੀਏਸ਼ਨ ਹੈ। ਹਾਂਜੀ ਹਾਂਜੀ, ਕਿ ਜਦੋਂ ਵੀ ਬਣ ਸਕੇ, ਜਿੰਨੀ ਵੀ ਬਣ ਸਕੇ, ਉਹ ਆਪਣੇ ਮਾਤਾ ਪਿਤਾ ਦੀ ਘੱਟੋ ਘੱਟ ਸ਼ਲਾਘਾ ਜ਼ਰੂਰ ਕਰੋ, ਉਹਨਾਂ ਦੇ ਹਰ ਉਸ ਕਦਮ ਦੀ ਸ਼ਲਾਘਾ ਕਰੋ। ਉਹ ਨਿੱਕੇ ਨਿੱਕੇ ਟਿਪਸ ਜਿਹੜੇ ਨੇ, ਉਹ ਛੋਟੀਆਂ ਛੋਟੀਆਂ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਉਜਾਗਰ ਕਰਨਾ ਬਣਦਾ ਹੈ। ਬਿਲਕੁਲ, ਅਕਸਰ ਦੇਖਿਆ ਕਿ ਬੱਚੇ ਜਦੋਂ ਵੱਡੇ ਹੁੰਦੇ ਆ ਤੇ ਉਹ ਆਪਣੇ ਪੇਰੈਂਟਸ ਦੇ ਲਈ ਨਾ ਜਜਮੈਂਟਲ ਹੋ ਜਾਂਦੇ ਆ, ਔਰ ਉਹਨਾਂ ਨੂੰ ਕਈ ਉਹਨਾਂ ਦੇ ਕੀਤੇ ਹੋਏ ਕੰਮ ਗਲਤ ਲੱਗਣ ਲੱਗ ਪੈਂਦੇ ਆ ਕਿ ਬਈ ਮੇਰੇ ਫਾਦਰ ਨੂੰ ਇਹ ਕਰਨਾ ਚਾਹੀਦਾ ਸੀਗਾ, ਜਾਂ ਮੇਰੇ ਮਦਰ ਨੂੰ ਇਹ ਕਰਨਾ ਚਾਹੀਦਾ ਸੀਗਾ, ਜਾਂ ਮੇਰੇ ਪ੍ਰਤੀ ਆ ਕਰਨਾ ਚਾਹੀਦਾ, ਜਾਂ ਮੇਰੇ ਪ੍ਰਤੀ ਆ ਕਰਨਾ ਚਾਹੀਦਾ ਸੀਗਾ। ਇਹ ਚੀਜ਼ ਜਿਹੜੀ ਹੈਗੀ ਹੈ ਬੱਚਿਆਂ ਨੂੰ ਜਜਮੈਂਟਲ ਇਹਦੇ ਵਿੱਚ ਹੋਣਾ ਨਹੀਂ ਚਾਹੀਦਾ, ਕਿਉਂਕਿ ਦੇਖੋ ਜਿੰਨੇ ਆਪਣੇ ਵੱਲੋਂ ਕੀਤਾ ਉਹਨੇ ਆਪਣੇ ਵੱਲੋਂ ਬੈਸਟ ਕੀਤਾ, ਠੀਕ ਹੈ। ਤੇ ਜੇ ਕਿਤੇ ਨਾ ਕਿਤੇ ਕੋਈ ਕਮੀ ਰਹਿ ਵੀ ਗਈ ਹੈ ਤੇ ਬੱਚਿਆਂ ਨੂੰ ਸਮਝਣਾ ਚਾਹੀਦਾ ਹੈ ਵੀ ਇਹ ਤਾਂ ਇੱਕ ਹਿਊਮਨ ਬੀਇੰਗ ਹੈ, ਔਰ ਕਮੀ ਮੇਰਾ ਖਿਆਲ ਹੈ ਕੋਈ ਛੱਡਦਾ ਨਹੀਂ ਹੈ, ਜਾਣਬੁੱਝ ਕੇ ਕੋਈ ਵੀ ਨਹੀਂ ਛੱਡਦਾ, ਪਰ ਇੱਕ ਹਾਲਾਤ ਕੋਈ ਜੋ ਵੀ ਸਰਕਮਸਟੈਂਸਿਸ ਹੈਗੇ ਉਹਦੇ ਹਿਸਾਬ ਨਾਲ ਬੱਚੇ ਦੀ ਜਿਹੜੀ ਪਾਲਣਾ ਹੁੰਦੀ ਹੈ। ਪਰ ਬਹੁਤ ਇਸੇ ਕਰਕੇ ਦੇਖੋ ਇਹਨਾਂ ਦਿਨਾਂ ਦੀ ਇੰਪੋਰਟੈਂਸ ਜ਼ਿਆਦਾ ਹੈ ਕਿ ਵੀ ਤੁਸੀਂ ਪੇਰੈਂਟਸ ਦੇ ਕੀਤੇ ਹੋਏ ਕੰਮ ਨੂੰ ਐਪਰੀਸ਼ੀਏਟ ਕਰੋ, ਨਾ ਕਿ ਉਹਦੇ 'ਚ ਗਲਤੀਆਂ ਕੱਢੋ ਕਿ ਵੀ ਇਹਨਾਂ ਨੂੰ ਇਦਾਂ ਕਰਨਾ ਚਾਹੀਦਾ ਸੀਗਾ, ਜਾਂ ਮੈਨੂੰ ਇਹ ਕਰ ਦਿੱਤਾ, ਮੇਰੇ ਨਾਲ ਇਸ ਤਰ੍ਹਾਂ ਹੋ ਗਿਆ। ਇਸ ਤਰ੍ਹਾਂ ਦੀ ਜਿਹੜੀ ਫੀਲਿੰਗ ਹੈਗੀ ਹੈ, ਇਹ ਨੈਗੇਟਿਵ ਫੀਲਿੰਗਸ ਮਨ 'ਚ ਨਹੀਂ ਲਿਆਉਣੀਆਂ ਚਾਹੀਦੀਆਂ। ਇਹੀ ਸੋਚਣਾ ਚਾਹੀਦਾ ਕਿ ਪੇਰੈਂਟਸ ਦੀ ਜੋ ਵੀ ਕੀਤਾ ਹੈ ਪੇਰੈਂਟਸ ਨੇ ਸਾਡੇ ਵਾਸਤੇ ਬਹੁਤ ਅੱਛਾ ਕੀਤਾ ਜੀ। ਇੱਕ ਸੰਵਾਦ ਬੜਾ ਜ਼ਰੂਰੀ ਹੈ। ਸੰਵਾਦ ਉਦੋਂ ਹੋਏਗਾ ਜਦੋਂ ਤੁਹਾਡੇ ਕੋਲ ਸਮਾਂ ਹੋਵੇਗਾ। ਬਿਲਕੁਲ, ਜਦੋਂ ਤੁਸੀਂ ਆਪਣੇ ਵਾਸਤੇ ਕਹਿੰਦੇ ਆ ਨਾ, ਬੜੇ ਵੱਡੇ ਵੱਡੇ ਅੱਖਰਾਂ 'ਚ ਅਸੀਂ ਲਿਖ ਲੈਂਦੇ ਆ ਇਟਸ ਮੀ ਟਾਈਮ, ਇਹ ਮੇਰਾ ਸਮਾਂ ਹੈ। ਸੋ ਉਹ ਜਿਹੜਾ ਫੈਮਿਲੀ ਟਾਈਮ ਹੈ ਨਾ, ਪਰਿਵਾਰ ਦਾ ਸਮਾਂ, ਉਹਦੇ ਵਾਸਤੇ ਵੀ ਮੈਨੂੰ ਲੱਗਦਾ ਕਿ ਥੋੜਾ ਜਿੰਨਾ ਜੇ ਅਸੀਂ ਉਧਰ ਹੋ ਜਾਈਏ ਤੇ ਸਾਡੀਆਂ ਬਹੁਤ ਸਾਰੇ ਨਿੱਕੇ ਨਿੱਕੇ ਮਸਲੇ ਜਿਹੜੇ ਨਾ ਉਹ ਉਦਾਂ ਹੀ ਸੁਲਝ ਜਾਣਗੇ। ਔਰ ਕੋਈ ਜ਼ਿਆਦਾ ਟਾਈਮ ਨਹੀਂ ਪੇਰੈਂਟਸ ਐਕਸਪੈਕਟ ਕਰਦੇ, ਉਹਨਾਂ ਨਾਲ ਜੇ 2 ਘੜੀ ਵੀ ਤੁਸੀਂ ਬੈਠ ਕੇ ਅੱਛੇ ਤਰ੍ਹਾਂ ਨਾਲ ਹੱਸ ਖੇਡ ਲਓ, ਗੱਲਾਂ ਬਾਤ ਕਰ ਲਓ, ਉਹਨਾਂ ਨਾਲ ਥੋੜਾ ਜਿਹਾ ਵੀ ਟਾਈਮ ਸਪੈਂਡ ਕਰ ਲਓ ਤੇ ਉਹ ਬਹੁਤ ਖੁਸ਼ ਹੁੰਦੇ। ਮੇਰਾ ਖਿਆਲ ਹੈ ਜਿਹੜਾ ਕੋਵਿਡ ਵਾਲੀ ਆਪਾਂ ਗੱਲ ਬਹੁਤੀ ਨਹੀਂ ਇਹਦੇ ਤੇ ਕੀਤੀ, ਜਿਹੜੇ ਬੱਚੇ ਅੱਜ ਕੱਲ ਵਰਕ ਫਰੋਮ ਹੋਮ ਕਰ ਰਹੇ ਆ ਉਹਨਾਂ ਦੇ ਪੇਰੈਂਟਸ ਸਾਰੇ ਬੜੇ ਖੁਸ਼ ਹੈ ਕਿ ਬੱਚੇ ਘਰੋਂ ਕੰਮ ਕਰ ਰਹੇ, ਘਰ ਹੀ ਨੇ ਤੇ ਬੱਚੇ ਭਾਵੇਂ ਸਾਰਾ ਦਿਨ ਲੈਪਟਾਪ ਦੇ ਅੱਗੇ ਬੈਠਾ ਹੈ ਜਾਂ ਕੰਮ ਕਰ ਰਿਹਾ, ਪਰ ਫਿਰ ਵੀ ਇੱਕ ਪੇਰੈਂਟਸ ਨੂੰ ਤਸੱਲੀ ਹੈ ਵੀ ਉਹਨਾਂ ਨੂੰ ਅਸੀਂ ਖਾਣ ਪੀਣ ਨੂੰ ਦੇ ਰਹੇ ਹਾਂ, ਅਸੀਂ ਉਹਨਾਂ ਦਾ ਕੰਮ ਜਿਹੜਾ ਆਪਣੇ ਹੱਥੀਂ ਕਰ ਰਹੇ ਹਾਂ, ਉਹਨਾਂ ਨੂੰ ਬੜੀ ਖੁਸ਼ੀ ਹੈ। ਤੇ ਔਰ ਜੇ ਬੱਚਾ ਉਸ ਤੋਂ ਵਿੱਚੋਂ ਆਪਣੇ ਕੰਮ ਦੇ ਵਿੱਚੋਂ 10 ਮਿੰਟ ਵੀ ਟਾਈਮ ਕਰਕੇ ਆਪਣੇ ਪੇਰੈਂਟਸ ਦੇ ਕੋਲ ਬੈਠ ਜਾਂਦਾ ਹੈ, ਉਸੇ ਚੀਜ਼ ਨੂੰ ਬੜਾ ਇੰਜੋਏ ਕਰਦਾ ਹੈ। ਤਾਂ ਮਤਲਬ ਪੈਰੈਂਟਹੁੱਡ ਤਾਂ ਇੱਕ ਪਾਗਲਪਨ ਹੈ ਮੇਰਾ ਖਿਆਲ ਹੈ ਕਿ ਜਿਹੜਾ ਕੁਦਰਤ ਨੇ ਤੁਹਾਨੂੰ ਦੇ ਦਿੱਤਾ, ਜਦੋਂ ਤੁਹਾਡੇ ਕੋਲ ਬੱਚਾ ਆ ਗਿਆ ਤੇ ਉਹ ਵੀ ਤੁਹਾਡੀ ਫੀਲਿੰਗ ਜਿਹੜੀ ਹੈ ਤੁਹਾਡੇ ਨਾਲ ਹੀ ਨਿਭਣੀ ਹੈ ਕਿ ਤੁਸੀਂ ਬੱਚੇ ਵਾਸਤੇ ਹਰ ਕੁਝ ਕਰਨਾ ਹੈ। ਡੈਡੀਕੇਸ਼ਨ ਹੈ ਤੁਹਾਡੀ ਉਹਦੇ ਵਾਸਤੇ, ਡੈਡੀਕੇਸ਼ਨ ਵੀ ਹੈ। ਤੁਸੀਂ ਕਿਸ ਦ੍ਰਿੜਤਾ ਦੇ ਨਾਲ ਆਪਣੇ ਬੱਚੇ ਨੂੰ ਵੱਡਾ ਕਰ ਰਹੇ ਹੋ। ਬਿਲਕੁਲ, ਕਈ ਸਾਡੇ ਕੋਲ ਇੱਦਾਂ ਦੀਆਂ ਕਹਾਣੀਆਂ ਨੇ, ਕਈ ਸਾਡੇ ਕੋਲ ਇੱਦਾਂ ਦੀਆਂ ਬਾਤਾਂ ਨੇ, ਕਈ ਸਾਡੇ ਕੋਲ ਇੱਦਾਂ ਦੀਆਂ ਪਰਸਨੈਲਿਟੀਜ਼ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਬੜੇ ਸੰਘਰਸ਼ ਦੇ ਵਿੱਚ ਪਾਲ ਕੇ ਤੇ ਉੱਚੇ ਮੁਕਾਮ ਤੱਕ ਪਹੁੰਚਾਇਆ। ਬਹੁਤ ਇਹ ਤੇ ਇੰਪੋਰਟੈਂਟ ਚੀਜ਼ ਹੈ ਜੀ ਕਿ ਪੇਰੈਂਟਸ ਦਾ ਹੀ ਬਹੁਤ ਵੱਡਾ ਰੋਲ ਹੁੰਦਾ ਹੈ ਕਿ ਕਿਸੇ ਵੀ ਕਰੈਕਟਰ ਬਿਲਡਿੰਗ ਦੇ ਵਿੱਚ ਮੇਰੇ ਖਿਆਲ ਜਿਹੜੇ ਪੇਰੈਂਟਸ ਹੁੰਦੇ ਉਹ ਪਹਿਲੇ ਟੀਚਰ ਹੁੰਦੇ ਆ। ਬਿਲਕੁਲ, ਤੇ ਕਿਉਂਕਿ ਇੱਕ ਮਦਰ ਹੈ, ਜਦੋਂ ਬੱਚੇ ਨੂੰ ਇੱਕਦਮ ਜਨਮ ਦੇਣ ਤੋਂ ਲੈ ਕੇ ਉਹਨੂੰ ਵੱਡਾ ਕਰਨ ਤੱਕ ਜਦ ਤੱਕ ਉਹ ਸਕੂਲ ਨਹੀਂ ਜਾਂਦਾ ਤੇ ਉਹਦੀ ਟੀਚਰ ਉਹਦੀ ਮਦਰ ਹੈ ਜਾਂ ਉਹਦੇ ਟੀਚਰ ਉਹਦੇ ਫਾਦਰ ਹੈ। ਕੁਝ ਚੀਜ਼ਾਂ ਉਹਨੇ ਮਦਰ ਕੋਲੋਂ ਸਿੱਖਣੀਆਂ, ਕੁਝ ਉਹਨੇ ਫਾਦਰ ਕੋਲੋਂ ਸਿੱਖਣੀਆਂ, ਉਹ ਇਸੇ ਤਰੀਕੇ ਨਾਲ ਉਹਨੇ ਵੱਡਾ ਹੋਣਾ। ਔਰ ਜਦੋਂ ਮਤਲਬ ਕਰੈਕਟਰ ਬਿਲਡਿੰਗ ਦੇ ਵਿੱਚ ਮੇਰੇ ਖਿਆਲ ਪੇਰੈਂਟਸ ਦਾ ਬਹੁਤ ਵੱਡਾ ਰੋਲ ਹੁੰਦਾ ਕਿ ਜੋ ਉਹ ਚਾਹੁੰਦੇ ਹੈ ਕਿ ਬੱਚਾ ਜਿਹੜਾ ਹੈ ਇਹ ਚੀਜ਼ ਅੱਛੀ ਹੈ ਉਹਦੇ ਵਾਸਤੇ, ਇਹ ਚੀਜ਼ ਨਹੀਂ ਅੱਛੀ ਹੈ, ਸਮਾਜ ਲਈ ਉਹ ਇਦਾਂ ਦਾ ਧਾਰਨਾ ਰੱਖੇ। ਬੱਚੇ ਨੂੰ ਟਾਈਮ ਟੂ ਟਾਈਮ ਕਈ ਵਾਰੀ ਚੈੱਕ ਕਰਦੇ ਆ ਕਿੰਨੇ ਬੱਚੇ ਇਹ ਚੀਜ਼ ਗਲਤ ਹੈ, ਇਹ ਚੀਜ਼ ਠੀਕ ਹੈ। ਉਹ ਉਹਨਾਂ ਦੇ ਪਿੱਛੇ ਇਹੀ ਮੋਟਿਵ ਹੁੰਦਾ ਹੈ ਕਿ ਉਹ ਬੱਚੇ ਦੀ ਕਰੈਕਟਰ ਬਿਲਡਿੰਗ ਹੋ। ਸ਼ਾਇਦ ਇਸੇ ਕਰਕੇ ਕਹਿੰਦੇ ਨਾ ਸਿਆਣੇ, ਜੇ ਹੀ ਕੋਕੋ ਤੇ ਹੀ ਬੱਚੇ। ਬਿਲਕੁਲ ਠੀਕ, ਕਿਉਂਕਿ ਜੋ ਤੁਸੀਂ ਪਰਵਰਿਸ਼ ਦਿਓਗੇ, ਜੋ ਤੁਸੀਂ ਸੰਸਕਾਰ ਦਿਓਗੇ, ਪੋਜ਼ਿਟਿਵ ਹੋ ਸਕਦੀ, ਨੈਗੇਟਿਵ ਹੋ ਸਕਦੀ। ਕਈ ਵਾਰੀ ਅਸੀਂ ਦੇਖਦੇ ਹਾਂ ਕਿ ਬੜਾ ਹੀ ਅਜੀਬ ਕਰੈਕਟਰ ਹੋ ਜਾਂਦਾ ਹੈ ਤੇ ਫਿਰ ਨਾਮ ਫਿਰ ਕਿਹਦਾ ਲੱਗਦਾ ਹੈ? ਪੇਰੈਂਟਸ ਦਾ ਕਿ ਇਹਨਾਂ ਨੇ ਪਰਵਰਿਸ਼, ਇਸ ਬੱਚੇ ਦੀ ਪਰਵਰਿਸ਼ ਅੱਛੀ ਨਹੀਂ ਹੈ ਜੀ। ਤੋ ਮਤਲਬ ਜ਼ਿੰਮੇਵਾਰੀ ਜਿਹੜੀ ਹੈ ਉਹ ਪੇਰੈਂਟਸ ਦੀ ਹੀ ਰਹਿੰਦੀ ਹੈ ਜੀ। ਤੇ ਅਸੀਂ ਕਿਉਂਕਿ ਇੰਸਟੀਟਿਊਸ਼ਨ ਹੀ ਜਿਹੜੀ ਪੈਰੈਂਟਹੁੱਡ ਹੈ ਇਹ ਬਹੁਤ ਹੀ ਇੰਪੋਰਟੈਂਟ ਹੈ ਜੀ। ਅਸੀਂ ਰੋਲ ਮਾਡਲ ਵੀ ਹਾਂ, ਅਸੀਂ ਕਰਤਾ ਧਰਤਾ ਵੀ ਹਾਂ। ਉਸ ਤੋਂ ਬਾਅਦ ਜੀਵਨ ਦੇ ਵਿੱਚ ਕਈ ਐਸੇ ਮੁਕਾਮ ਆਉਂਦੇ ਨੇ, ਕਈ ਐਸੇ ਮੌਕੇ ਆਉਂਦੇ ਆ ਜਿੱਥੇ ਤੁਹਾਡਾ ਬੱਚਾ ਤੁਹਾਡੇ ਵੱਲ ਵੇਖਦਾ ਬਿਲਕੁਲ ਵੀ ਹੁਣ ਉਹਨੂੰ ਤੁਹਾਡੀ ਅਪਣੱਤ ਦੀ ਲੋੜ ਹੈ, ਹੁਣ ਉਹਨੇ ਬੜਾ ਅਹਿਮ ਫੈਸਲਾ ਲੈਣਾ ਹੈ।
ਸੋ ਉਸ ਵੇਲੇ ਵੀ ਪੈਰੈਂਟਸ ਜਿਹੜੇ ਨਾ ਬੜੀ ਬਹੁਤ ਵੱਡੀ ਇੰਪੋਰਟੈਂਟ ਰੋਲ ਭੂਮਿਕਾ ਹੁੰਦਾ ਨਿਭਾਉਂਦੇ ਹੈ। ਬੱਚੇ ਦੀ ਬੈਕ ਤੇ ਪੈਰੈਂਟਸ ਜਦੋਂ ਖੜੇ ਹੋਣ, ਉਹਨੂੰ ਇੱਕ ਮੋਰਲ ਸਪੋਰਟ ਹੁੰਦੀ ਹੈ, ਟਾਈਮ ਟੂ ਟਾਈਮ ਉਹਨੂੰ ਲੋੜ ਪੈਂਦੀ ਹੈ। ਉਹ ਬਚਪਨ ਤੋਂ ਹੀ ਤੁਸੀਂ ਸ਼ੁਰੂ 'ਚ ਦੱਸਿਆ ਵੀ ਚੋਟ ਲੱਗਣ ਤੇ ਵੀ ਮਾਂ ਦੀ ਹੀ ਯਾਦ ਆਉਂਦੀ ਹੈ। ਵੱਡੇ ਹੋ ਕੇ ਉਹਨੂੰ ਲੱਗਦਾ ਕਿ ਮੈਂ ਹੁਣ ਚੱਲਣ ਫਿਰਨ ਦੇ ਕਾਬਿਲ ਹੋ ਗਿਆ, ਹੁਣ ਮੈਨੂੰ ਲੋੜ ਨਹੀਂ ਹੈਗੀ ਪੈਰੈਂਟਸ ਦੀ, ਪਰ ਅੰਦਰੋਂ ਅੰਦਰ ਉਹਨੂੰ ਵੀ ਪਤਾ ਹੁੰਦਾ ਹੈ ਕਿ ਜਦੋਂ ਮੇਰੇ ਅੱਗੇ ਕੋਈ ਡਿਫਿਕਲਟ ਸਿਚੁਏਸ਼ਨ ਆਈ ਤੇ ਮੈਂ ਭੱਜਣਾ ਆਪਣੇ ਪੈਰੈਂਟਸ ਵੱਲ, ਔਰ ਜਾਂਦੇ ਵੀ ਹੈ। ਠੀਕ ਹੈ, ਬੜਾ ਖੂਬਸੂਰਤ ਅਹਿਸਾਸ, ਬੜਾ ਖੂਬਸੂਰਤ ਸਫ਼ਰ ਸ਼ੁਰੂ ਤੋਂ ਲੈ ਕੇ ਜਦ ਤੱਕ ਸਾਡੇ ਕੋਲ ਸਾਡੇ ਮਾਤਾ ਪਿਤਾ ਸਾਨੂੰ ਦਿਸਦੇ ਆ ਨਾ ਮੋਰੇ, ਸਾਨੂੰ ਉਦੋਂ ਤੱਕ ਤਾਂ ਉਸ ਪਰਮਾਤਮਾ ਦਾ ਸ਼ੁਕਰਾਨਾ ਤੇ ਉਹਨਾਂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ, ਜਿਨ੍ਹਾਂ ਦੇ ਕਰਕੇ ਹੀ ਜਿਹੜਾ ਹੈ ਦਿਨ ਹੈ ਮੇਰਾ। ਜੀ, ਬੜੀ ਖੂਬਸੂਰਤੀ ਦੇ ਨਾਲ ਇਸ ਪੂਰੇ ਦੇ ਪੂਰੇ ਵਿਸ਼ੇ ਨੂੰ ਸਮੇਟਿਆ, ਸਮਝਾਇਆ, ਲੋਕਾਂ ਤੱਕ ਪਹੁੰਚਾਇਆ। ਤੁਸੀਂ ਸਟੂਡੀਓ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਨਵਜੋਤ, ਥੈਂਕ ਯੂ। ਦਰਸ਼ਕਾਂ ਦਾ ਵੀ ਧੰਨਵਾਦ।